ਸਤਿ ਸ਼੍ਰੀ ਅਕਾਲ ਜੀ। ਤੁਸੀਂ ਲੋਕ ਰਾਣਾ ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇਖ ਰਹੇ ਹੋ। ਦਰਸ਼ਕੋ, ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਜੀ ਜੁੜਦੇ ਨੇ। ਸਭ ਤੋਂ ਪਹਿਲਾਂ ਪਰਮਿੰਦਰ ਜੀ ਦਾ ਸਵਾਗਤ ਕਰਦੇ ਹਾਂ। ਸਰ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਖਬਰਾਂ ਟੌਪ ਦੀਆਂ ਵਿੱਚ। ਧੰਨਵਾਦ ਗੁਰਜਿੰਦਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦਰਸ਼ਕੋ, ਅੱਜ ਦੀਆਂ ਜੋ ਮੁੱਖ ਖਬਰਾਂ ਨੇ, ਸਭ ਤੋਂ ਵੱਡੀ ਜੋ ਅਹਿਮ ਖਬਰ ਹੈ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ, ਜਿਸ ਦੇ ਰੋਲ ਤੋਂ ਬਾਅਦ ਪੰਜਾਬ ਦੇ ਮੌਜੂਦਾ ਸਰਕਾਰ ਹੈ, ਸੱਤਾ ਸਰਕਾਰ ਹੈ, ਇੱਕ ਬੜੀ ਵੱਡੀ ਇਹਦੇ ਵਿੱਚ ਖਾਨਾ ਜੰਗੀ ਖੜੀ ਹੋ ਗਈ ਸੀ। ਬੜਾ ਵੱਡਾ ਕਾਂਗਰਸ ਸਰਕਾਰ ਦੇ ਵਿੱਚ ਇੱਕ ਬਦਲਾਅ ਆ ਗਿਆ ਸੀ। ਕੁੰਵਰ ਵਿਜੇ ਪ੍ਰਤਾਪ, ਜੋ ਸਿੱਟ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ, ਕੁੰਵਰ ਵਿਜੇ ਪ੍ਰਤਾਪ ਹੋਰਾਂ ਨਾਲ ਜੁੜੀ ਹੋਈ ਖਬਰ ਹੈ। ਕਿਹਾ ਜਾ ਰਿਹਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਕੱਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕੱਲ ਅੰਮ੍ਰਿਤਸਰ ਆਉਣਗੇ। ਸ਼ਾਇਦ ਹੋ ਸਕਦਾ ਕਿ ਉੱਥੇ ਉਹ ਸ਼ਾਮਲ ਹੋ ਜਾਣ। ਉਸ ਤੋਂ ਬਾਅਦ ਦੀਆਂ ਜੋ ਖਬਰਾਂ ਨੇ, ਕਿਹਾ ਜਾ ਰਿਹਾ ਕਿ ਸੋਨੀਆ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ 22 ਜੂਨ ਨੂੰ ਮੁਲਾਕਾਤ ਕਰ ਸਕਦੇ ਨੇ। ਤੇ ਕਾਂਗਰਸ ਸਰਕਾਰ ਦੇ ਜੋ ਆਪਸੀ ਕਾਟੋ ਕਲੇਸ਼ ਹੈ, ਉਹਦੇ 'ਚ ਇੱਕ ਵਾਰ ਫਿਰ ਬਗਾਵਤ ਸ਼ੁਰੂ ਹੋ ਗਈ ਹੈ, ਕਿਉਂਕਿ 2 MLA ਦੇ ਮੁੰਡਿਆਂ ਨੂੰ ਕਿਹਾ ਜਾ ਰਿਹਾ ਕਿ ਤਹਿਸੀਲਦਾਰ ਤੇ DSP ਦੀ ਨੌਕਰੀ ਦਿੱਤੀ ਜਾਵੇਗੀ, ਜਿਹਨੂੰ ਲੈ ਕੇ ਕਾਂਗਰਸ ਪਾਰਟੀ ਦੇ ਜੋ ਆਪਣੇ MLA ਨੇ, ਆਪਣੇ ਵਰਕਰ ਨੇ, ਕੈਪਟਨ ਅਮਰਿੰਦਰ ਸਿੰਘ ਤੇ ਲਗਾਤਾਰ ਉਹ ਨਿਸ਼ਾਨੇ ਸਾਧ ਰਹੇ ਨੇ। ਇਹਨਾਂ ਖਬਰਾਂ ਲੈ ਕੇ ਪਰਮਿੰਦਰ ਜੀ ਨਾਲ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਪਰਮਿੰਦਰ ਜੀ, ਕਿਹਾ ਜਾ ਰਿਹਾ ਕਿ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ। ਹਾਲਾਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਆਉਣਗੇ, ਹੋ ਸਕਦਾ ਕਿ ਉੱਥੋਂ ਝਾੜੂ ਦਾ ਪੱਲਾ ਫੜ ਲੈਣ। ਇਸ ਨੂੰ ਲੈ ਕੇ ਅਕਾਲੀ ਦਲ ਤਾਂ ਲਗਾਤਾਰ ਹਮਲੇ ਕਰ ਰਿਹਾ ਉਦੋਂ ਤੋਂ ਹੀ, ਜਦੋਂ ਤੋਂ ਖਬਰ ਇਹ ਬਾਹਰ ਆਈ ਹੈ। ਹੁਣ ਕਾਂਗਰਸ ਪਾਰਟੀ ਨੇ ਵੀ ਕਰੜੀ ਹੱਥੀ ਲੈ ਲਿਆ ਹੈ ਕੁੰਵਰ ਵਿਜੇ ਪ੍ਰਤਾਪ ਨੂੰ। ਗੁਰਜਿੰਦਰ ਜੀ, ਦੇਖੋ, ਜਿਹੜੀ ਖਬਰ ਆ ਰਹੀ ਹੈ ਇਹ ਨਸ਼ਰ ਹੋ ਗਈ ਹੈ, ਇਹਦੀ ਪੁਸ਼ਟੀ ਵੀ ਹੋ ਗਈ ਹੈ। ਇੱਕ ਤਰ੍ਹਾਂ ਨਾਲ ਕਹਿ ਸਕਦੇ ਕਿ ਆਪਾਂ, ਜਿਵੇਂ ਕੁੰਵਰ ਵਿਜੇ ਪ੍ਰਤਾਪ ਦਾ ਬਿਆਨ ਹੈ ਕਿ ਅਸੀਂ ਰਾਜਨੀਤੀ ਨੂੰ ਬਦਲਾਂਗੇ ਜੀ, ਤੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਸੀ ਸਵੇਰੇ ਇਹ ਕਿ ਛੇਤੀ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ। ਉਹ ਲਗਭਗ ਤੈਅ ਹੀ ਹੈ ਇੱਕ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ। ਕੱਲ ਨੂੰ ਦਿੱਲੀ ਤੋਂ ਬਕਾਇਦਾ ਤੌਰ ਤੇ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਰਹੇ ਨੇ। ਰੋਡ ਮੈਪ ਤਿਆਰ ਹੋ ਚੁੱਕਿਆ ਸਾਰਾ ਕੁਛ, ਔਰ ਕੇਜਰੀਵਾਲ ਨੇ ਵੀ ਇਸ ਗੱਲ ਦੀ ਇੱਕ ਤਰ੍ਹਾਂ ਨਾਲ ਹਾਂ ਪੱਖੀ ਕਹਿ ਲਓ ਪੁਸ਼ਟੀ ਕਰਤੀ ਹੈ ਥੋੜਾ ਕਿ ਕੱਲ ਨੂੰ ਜਿਹੜਾ ਦਿੱਲੀ ਤੋਂ ਕੂਚ ਕਰਕੇ ਅੰਮ੍ਰਿਤਸਰ ਪਹੁੰਚਣਾ ਔਰ ਪੰਜਾਬ ਦਾ ਦੌਰਾ ਕਰਨਾ ਹੈ। ਕੁਛ ਚਾਹੇ ਹੋਰਨਾਂ ਥਾਵਾਂ ਤੇ ਮੀਟਿੰਗਸ ਕੀਤੀਆਂ ਜਾਣੀਆਂ ਉਹਨਾਂ ਨੇ ਵੱਲੋਂ, ਕੇਜਰੀਵਾਲ ਵੱਲੋਂ। ਪਰ ਜਿਹੜੀ ਵੱਡੀ ਆਪਾਂ ਇਸ ਦੌਰੇ ਦੀ ਵੱਡੀ ਖਬਰ, ਜਿਹੜੀ ਵੱਡੀ ਆਪਾਂ ਕਹਿ ਸਕਦੇ ਹਾਂ ਕਿ ਪ੍ਰਾਪਤੀ ਕਹਿ ਲਓ ਇੱਕ ਤਰ੍ਹਾਂ ਦਾ, ਕਿਉਂਕਿ ਜਿਹੜੀ ਪੰਜਾਬ ਦੀ ਸਿਆਸਤ ਹੈ ਗੁਰਜਿੰਦਰ, ਉਹ ਦੇਖਿਆ ਹੋਊਗਾ ਕੁਛ 1-2 ਮਹੀਨਿਆਂ ਤੋਂ, ਜਦੋਂ ਤੋਂ ਕੁੰਵਰ ਵਿਜੇ ਪ੍ਰਤਾਪ ਦੁਆਰਾ ਜਿਹੜੀ ਸਿੱਟ ਸੀਗੀ ਅਗਵਾਈ ਕਰ ਰਹੀ ਸੀ, ਉਹਦੀ ਰਿਪੋਰਟ ਜਿਹੜੀ ਹਾਈ ਕੋਰਟ ਦੇ ਵਿੱਚ ਰੱਦ ਹੋਈ ਹੈ ਜੀ। ਜਾਂਚ ਰਿਪੋਰਟ ਜਿਹੜੀ ਰੱਦ ਹੋਣ ਤੋਂ ਬਾਅਦ ਜਿਹੜਾ ਨਵੇਂ ਸਮੀਕਰਨ ਬਣੇ ਸੀਗੇ, ਔਰ ਸਾਰੀਆਂ ਸਿਆਸੀ ਪਾਰਟੀਆਂ ਦਾ ਜਿਹੜਾ ਜ਼ੋਰ ਲੱਗਿਆ ਹੋਇਆ ਉਹ ਕਿਤੇ ਨਾ ਕਿਤੇ, ਇੱਕ ਤਾਂ ਧਰਮ ਵਾਲੇ ਪਾਸੇ ਨੂੰ ਜੀ, ਇੱਕ ਦਲਿਤ ਪੱਤਾ ਖੇਡਿਆ ਗਿਆ। ਕਿਸਾਨੀ ਮੁੱਦੇ ਤੋਂ ਹਟ ਕੇ ਜਿਹੜਾ ਕਿਹਾ ਗਿਆ ਕਿ ਕਿਸਾਨੀ ਮੁੱਦਾ ਚੱਲ ਰਿਹਾ, ਹੁਣ ਅੰਦੋਲਨ ਚੱਲ ਰਿਹਾ ਉਹਦੇ ਤੋਂ, ਕਿਉਂਕਿ ਸਾਰੀ ਪਾਰਟੀਆਂ ਦੇ ਰੋਲ ਸਾਹਮਣੇ ਆਏ ਹੌਲੀ ਹੌਲੀ ਕਰਕੇ ਕਾਲੇ ਕਾਨੂੰਨਾਂ ਨੂੰ ਲੈ ਕੇ, ਜਿਹੜੇ ਵੀ ਕਿੱਦਾਂ ਦੇ ਸਿਆਸੀ ਰੋਲ ਜਿਹੜੇ ਹੈਗੇ ਆ ਉਹ ਅਦਾ ਕੀਤੇ ਗਏ ਆ ਸਿਆਸੀ ਪਾਰਟੀਆਂ ਵੱਲੋਂ। ਤਾਂ ਉਹਨਾਂ ਰੋਲਾਂ ਦੇ ਆਧਾਰ ਤੇ ਤਾਂ ਇਹ ਉਹਨਾਂ ਦਾ ਸਹਿਯੋਗ ਕਹਿ ਲਓ ਕਿਸਾਨਾਂ ਦਾ ਕਰਨਾ ਸੀ, ਜਾਂ ਜਿੱਥੇ ਜਾਂ ਉਹਨਾਂ ਦਾ ਕਾਲੇ ਕਾਨੂੰਨਾਂ ਪ੍ਰਤੀ ਜਿਹੜਾ ਇਹਨਾਂ ਦਾ ਰਵੱਈਆ ਸੀਗਾ ਸਿਆਸਤਦਾਨਾਂ ਦਾ, ਉਹ ਜਦੋਂ ਪ੍ਰਗਟ ਹੋ ਗਿਆ ਸੀ ਤਾਂ ਇਹਨਾਂ ਕੋਲ ਹੋਰ ਮੁੱਦੇ ਕੋਈ ਨਹੀਂ ਸੀਗੇ, ਰਾਹ ਕੋਈ ਨਹੀਂ ਬਚਿਆ। ਰਾਹ ਕੋਈ ਨਹੀਂ ਸੀ ਬਚਿਆ, ਤਾਂ ਲੋਕਾਂ ਦੇ ਪੈਰ ਵੀ ਨਹੀਂ ਸੀ ਛੇਤੀ ਲੱਗ ਰਹੇ। ਤਾਂ ਹੁਣ ਜਿਹੜਾ ਕਿਸਾਨੀ ਮੁੱਦਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੇ ਘਟਾਉਣਾ ਹੈ। ਇੰਨਾ ਕੁ ਜ਼ਿਆਦਾ ਖਲਾਅ ਪੈਦਾ ਕਰ ਲੈਣਾ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੇ ਵਿੱਚ, ਇੰਨਾ ਕੁ ਜ਼ਿਆਦਾ ਖਲਾਅ ਪੈਦਾ ਕਰ ਲਿਆ ਜਾਊਗਾ ਕਿ ਲੋਕ ਅਸਲ ਮੁੱਦੇ ਤੋਂ ਭਟਕ ਜਾਣਗੇ। ਉਹ ਸੋਚਣ ਲਈ ਮਜਬੂਰ ਹੋ ਜਾਣਗੇ ਕਿ ਕੀ ਕਰੀਏ ਕੀ ਨਾ ਕਰੀਏ, ਕਿਹਨੂੰ ਪੱਖ 'ਚ ਰੱਖੀਏ, ਕਿਹਦੇ ਪੱਖ 'ਚ ਗੱਲ ਕਰੀਏ, ਕਿਹਦੇ 'ਚ ਨਾ ਕਰੀਏ। ਉਸੇ ਵਿੱਚ ਇਸੇ ਚੱਲਦੀ ਹਨੇਰੀ ਵਗੈਰਾ ਦੇ ਵਿੱਚ ਦਲ ਬਦਲੂਆਂ ਦਾ ਦੌਰ ਵੀ ਆਇਆ, ਤੁਹਾਨੂੰ ਪਤਾ ਹੀ ਹੈ, ਦਲ ਬਦਲੇ ਗਏ ਆ। ਉਸੇ ਹਨੇਰੀ ਦੇ ਵਿੱਚ ਹੁਣ ਆਹ ਨਵੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ, ਖਾਸ ਕਰ ਸਿੱਖ ਸੰਸਥਾਵਾਂ ਨੂੰ ਨਾਲ ਲੈ ਕੇ ਜਾਂ ਸਿੱਖ ਚਿਹਰਿਆਂ ਨੂੰ ਨਾਲ ਲੈ ਕੇ ਭਾਜਪਾ ਵੀ ਜ਼ੋਰ ਲਾ ਰਹੀ ਹੈ, ਤੁਹਾਨੂੰ ਪਤਾ ਹੀ ਹੈ। ਤੇ ਇਹੀ ਗੱਲ ਜਿਹੜੀ ਹੁਣ ਵੀ ਸਿੱਖੀ ਭਾਵਨਾ ਕਿਹਦੇ ਨਾਲ ਜੁੜੀ ਹੈ, ਕਿਉਂਕਿ ਸਿੱਖ ਵੋਟਰ ਜ਼ਿਆਦੇ ਹੈ ਪੰਜਾਬ ਦੇ ਵਿੱਚ। ਕੁੰਵਰ ਵਿਜੇ ਪ੍ਰਤਾਪ ਨਾਲ ਕਿਤੇ ਨਾ ਕਿਤੇ ਪੰਜਾਬ ਦਾ ਵੋਟਰ ਜਿਹੜਾ ਹੈਗਾ, ਉਹ ਲੋਕ ਨੇ ਜਿਹੜੇ ਪੰਜਾਬ ਨਾਲ ਕਿਤੇ ਨਾ ਕਿਤੇ ਹਮਦਰਦੀ ਰੱਖਦੇ ਨੇ ਕਿ ਇਸ ਬੰਦੇ ਨੇ ਚਲੋ ਇਮਾਨਦਾਰੀ ਨਾਲ ਕੰਮ ਕਰਿਆ, ਇਸ ਬੰਦੇ ਨੇ ਰਿਪੋਰਟ ਪੇਸ਼ ਕੀਤੀ ਤਾਂ ਇਹਦੇ ਤੇ ਇਹਦੀ ਰਿਪੋਰਟ ਤੇ ਕਾਰਵਾਈ ਪ੍ਰੋਪਰ ਨਹੀਂ ਹੋਈ। ਉਸ ਚੀਜ਼ ਦਾ ਫਾਇਦਾ ਜਿਹੜਾ ਆਮ ਆਦਮੀ ਪਾਰਟੀ ਲੈਣ ਲਈ ਅੱਜ ਮੈਂ ਕਹਿ ਲਓ ਤਿਆਰ ਆ। ਤੇ ਦੂਜੇ ਪਾਸੇ ਜਿਹੜੀ ਗੱਲ ਤੁਸੀਂ ਕੀਤੀ ਸੀ ਕਿ ਅੱਜ ਸਾਰੀਆਂ ਪਾਰਟੀਆਂ ਕੁੰਵਰ ਵਿਜੇ ਪ੍ਰਤਾਪ ਨੂੰ ਕੋਸਣ ਲੱਗ ਗਈਆਂ ਨੇ, ਗੱਲ ਤਾਂ ਸਹੀ ਹੈ। ਪਹਿਲਾਂ ਤਾਂ ਜਦੋਂ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਰਿਪੋਰਟ ਰੱਦ ਹੋਈ ਸੀ ਹਾਈ ਕੋਰਟ ਵੱਲੋਂ, ਤਾਂ ਅਕਾਲੀਆਂ ਕੋਲ ਇੱਕ ਹੱਥ ਦੇ ਵਿੱਚ ਐਂ ਕਹਿ ਲਓ ਕਿ ਇੱਕ ਵੱਡਾ ਐਂ ਆ ਗਿਆ ਸੀ ਕਿ ਉਹਨਾਂ ਦੇ ਡਿਫੈਂਡ ਕਰਨ ਦਾ ਮੁੱਦਾ ਆ ਗਿਆ ਸੀ ਕਿ ਦੇਖੋ ਜੀ ਸਾਡੇ ਤੇ ਇਲਜ਼ਾਮ ਲਾਉਂਦਾ ਸੀ ਇਹ ਬੰਦਾ ਜੀ, ਬਿਲਕੁਲ, ਤੇ ਹਾਈ ਕੋਰਟ ਨੇ ਇਹਦੀ ਜਾਂਚ ਰਿਪੋਰਟ ਰੱਦ ਕਰ ਦਿੱਤੀ ਹੈ ਜੀ।
ਹੁਣ ਅੱਜ ਕਾਂਗਰਸ ਵੀ ਬੋਲਣ ਲੱਗ ਗਈ ਜੀ ਕਿ ਕਾਂਗਰਸ ਦਾ ਇੱਥੋਂ ਤੱਕ ਐ ਕਹਿ ਲਓ ਕਿ ਕਹਿਣ ਲੱਗ ਗਈ ਕਿ ਇਹ ਬੰਦਾ ਪਹਿਲਾਂ ਹੀ ਸਿਆਸਤ ਤੋਂ ਪ੍ਰੇਰਿਤ ਸੀਗਾ, ਸਿਆਸਤ ਕਰ ਰਿਹਾ ਸੀਗਾ ਇਹ ਜੀ। ਤੇ ਸਵਾਲ ਇਹ ਉੱਠਦੇ ਨੇ ਕਿ ਜੇ ਸੱਚੀ ਮੁੱਚੀ ਸਿਆਸਤ ਕਰ ਰਿਹਾ ਸੀ, ਜਿਵੇਂ ਖਬਰਾਂ ਵੀ ਆ ਰਹੀਆਂ ਨੇ ਵੀ ਜੇ ਸਿਆਸਤ ਕਰ ਰਹੇ ਸੀ ਤਾਂ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਇਹ? ਉਹ ਹੁਣ ਕਹਿੰਦੇ ਜਾਂਚ ਚੱਲਦੀ, ਜਾਂਚ ਕਿਵੇਂ ਰੋਕ ਦਿੰਦੇ? ਕਿਉਂ ਨਹੀਂ ਰੋਕ ਸਕਦੇ ਸੀ ਜੀ? ਕਿਹਦੀ ਸਰਕਾਰ ਹੈ ਇੱਥੇ? ਜਾਂਚ ਕਮੇਟੀ ਬਿਠਾਉਣ ਦਾ ਅਧਿਕਾਰ ਕਿਹਦੇ ਕੋਲ ਹੁੰਦਾ ਹੈ? ਕੀ ਕੋਰਟ 'ਚ ਨਹੀਂ ਜਾ ਕੇ ਖੜ ਸਕਦੇ ਸੀਗੇ? ਜੀ। ਇਹ ਗੱਲਾਂ ਮਤਲਬ ਹੁਣ ਜਾ ਕੇ ਕਹਿੰਦੇ ਜੀ ਇਹ ਜੇ ਸਿਆਸਤ ਆਉਣਾ ਸੀ ਤਾਂ 2022 ਤੋਂ ਬਾਅਦ ਆ ਜਾਂਦਾ। ਇਹ ਦੇਖੋ ਕਿੱਡੀ ਵੱਡੀ ਗੱਲ ਕਰ ਰਹੇ ਨੇ ਇਹ, ਜਿਹੜੀ ਸਿਆਣੀ ਗੱਲ ਕਰਦੇ ਨੇ। ਸਿਆਸਤ ਵਿੱਚ ਆਉਣਾ ਨਾ ਆਉਣਾ ਗੁਰਜਿੰਦਰ ਜੀ ਇਹ ਬੰਦੇ ਦਾ ਆਪਣਾ ਅਧਿਕਾਰ ਹੈ, ਉਹਦੇ ਕੋਲ ਅਧਿਕਾਰ ਹੈ ਬਿਲਕੁਲ। ਕੋਈ ਇਹਨਾਂ ਦੇ ਠੇਕੇ ਥੋੜੀ ਲਏ ਹੋਏ ਨੇ ਸਾਰੇ ਅਕਾਲੀਆਂ ਨੇ ਜਾਂ ਕਾਂਗਰਸੀਆਂ ਨੇ ਜਾਂ ਕਿਸੇ ਹੋਰ ਪਾਰਟੀ ਨੇ ਜੀ ਕਿ ਇਹੀ ਸਿਆਸਤ ਕਰ ਸਕਦੇ ਨੇ ਜਾਂ ਇਹਨਾਂ ਦੇ ਪਰਿਵਾਰ ਹੀ ਸਿਆਸਤ ਕਰ ਸਕਦੇ ਨੇ, ਜਾਂ ਜੇ ਕੋਈ ਨਵਾਂ ਬੰਦਾ ਆਉਣਾ ਚਾਹੇ ਤਾਂ ਇਹਨਾਂ ਕੋਲ ਹੀ ਆਵੇ ਜੀ। ਇਹਨਾਂ ਨੇ ਰਾਹ ਖੋਲੇ ਹੋਏ ਨੇ, ਬਸ ਹੋਰ ਸਿਆਸਤਦਾਨ ਨਹੀਂ ਹੈਗੇ। ਤੇ ਜੇ ਜਿਸ ਬੰਦੇ ਦਾ ਦਿਲ ਕਰਦਾ ਸਿਆਸਤ ਵਿੱਚ ਆਉਣ ਨੂੰ ਤਾਂ ਆ ਸਕਦਾ ਉਹ, ਆ ਸਕਦਾ ਬਿਲਕੁਲ। ਬਕਾਇਦਾ ਤੌਰ ਤੇ ਕਹਿ ਕੇ ਆਂਦਾ ਅਗਲਾ ਵੀ ਮੈਂ ਆ ਰਿਹਾ। ਹੁਣ ਜੇ ਆ ਗਏ ਤਾਂ ਹੁਣ ਦੋਨੋਂ ਵਿਰਸਾ ਸਿੰਘ ਬਲਟੋਹਾ ਦਾ ਬਿਆਨ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸਾਡੀ ਗੱਲ ਸੱਚ ਸਾਬਤ ਹੋ ਗਈ ਆ। ਅਕਾਲੀ ਦਲ ਨੂੰ ਜਿਹੜਾ ਡਿਫੈਂਡ ਕਰਦੇ ਨੇ ਉਹ ਤਰ੍ਹਾਂ ਦਾ ਉਹਨਾਂ ਕੋਲ ਤਾਂ ਮੌਕਾ ਮਿਲੇ ਗਿਆ ਹੁਣ ਉਹਨੂੰ ਤਾਂ। ਅਕਾਲੀ ਦਲ ਨੂੰ ਕਾਂਗਰਸ ਨੇ ਇਹ ਗੱਲ ਕਹਿ ਕੇ ਕਿ ਇਹ ਸਿਆਸਤ ਖੇਡਦਾ ਸੀ ਪਹਿਲਾਂ ਹੀ ਬੰਦਾ, ਤਾਂ ਇਹ ਗੱਲ ਕਹਿ ਕੇ ਅਕਾਲੀ ਦਲ ਨੂੰ ਆਪਣੇ ਆਪ ਨੂੰ ਬਚਾਉਣ ਦਾ ਇੱਕ ਮੌਕਾ ਦਿੱਤਾ ਹੋਰ ਵੱਡਾ। ਤੇ ਦੋਨੋਂ ਪਾਰਟੀਆਂ ਹੁਣ ਇਹ ਕਹਿਣ ਲੱਗ ਗਈਆਂ, ਜਦ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਪਹਿਲਾਂ ਹੀ ਗੱਲ ਕਹਿ ਚੁੱਕੇ ਨੇ ਕਿ ਬੇਅਦਬੀ ਮਾਮਲੇ ਦੇ ਵਿੱਚ ਸਰਕਾਰ ਵੱਲੋਂ ਜਿਹੜੇ ਅੱਗੇ ਕੀਤੇ ਗਏ ਸੀ ਬੰਦੇ, ਚਾਹੇ ਉਹ ਅਤੁਲ ਨੰਦਾ ਦਾ ਨਾਮ ਵੀ ਬਕਾਇਦਾ ਤੌਰ ਤੇ ਲਿਆ ਗਿਆ ਕਿ ਉਹਨਾਂ ਵੱਲੋਂ ਪੈਰਵਾਈ ਨਹੀਂ ਹੋਈ। ਲੱਖਾਂ ਕਰੋੜਾਂ ਰੁਪਇਆ ਖਰਚਿਆ ਗਿਆ। 5 ਸਟਾਰਾਂ ਦੇ ਵਿੱਚ ਵਕੀਲਾਂ ਨੂੰ ਬਿਠਾਇਆ ਜਾਂਦਾ ਸੀਗਾ ਤੇ ਉਹਨਾਂ ਨੂੰ ਬਕਾਇਦਾ ਤੌਰ ਤੇ ਕੋਈ ਛੁੱਟੀ ਤੇ ਚਲਾ ਜਾਂਦਾ ਸੀ, ਕੋਈ ਮੈਡੀਕਲ ਛੁੱਟੀ ਤੇ ਚਲਾ ਜਾਂਦਾ ਸੀ, ਕੋਈ ਗੱਲ ਹੀ ਨਹੀਂ ਸੀ ਕਰਦਾ, ਕੋਈ ਪੱਖ ਦੀ ਨਹੀਂ ਗੱਲ ਕਰਦਾ ਸੀ। ਉਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਜੀ। ਤੇ ਜੇ ਉਹਨਾਂ ਗੱਲਾਂ ਤੇ ਵਿਚਾਰ ਕੀਤੀ ਜਾਵੇ ਤਾਂ ਕਾਂਗਰਸ ਕੋਲ ਜਵਾਬ ਵੀ ਕੋਈ ਨਹੀਂ ਹੈ। ਬਿਲਕੁਲ ਜੀ। ਤੇ ਹੁਣ ਉਹਨਾਂ ਦੇ ਆਪਦੇ ਵਿਰੋਧੀਆਂ ਨੇ ਜਿਹੜੇ ਆਪਣੇ ਕਾਂਗਰਸ ਦੀ ਸਰਕਾਰ ਦੇ ਵਿੱਚ ਆਪਣੇ ਵਿਰੋਧੀ ਖੜੇ ਹੋਏ ਇਹਨਾਂ ਦੇ ਆਪਦੇ, ਉਹਨਾਂ ਨੇ ਵੀ ਗੱਲ ਕੀਤੀ ਕੈਬਨਿਟ ਦੀ ਮੀਟਿੰਗਾਂ ਦੇ ਵਿੱਚ ਬਕਾਇਦਾ ਤੌਰ ਤੇ ਅਤੁਲ ਨੰਦਾ ਨੂੰ ਹਟਾਉਣ ਤੱਕ ਦੀਆਂ ਗੱਲਾਂ ਹੋਈਆਂ ਨੇ। ਉਹਨਾਂ ਨੂੰ ਕਿਵੇਂ ਇਹ ਡਿਫੈਂਡ ਕਰਨਗੇ, ਉਹਨਾਂ ਦੇ ਬਚਾਅ ਦੇ ਵਿੱਚ ਕਿਵੇਂ ਆਉਣਗੇ? ਫੇਰ ਤਾਂ ਕੁੰਵਰ ਵਿਜੇ ਪ੍ਰਤਾਪ ਨੂੰ ਗਲਤ ਕਿਹਾ ਜਾ ਸਕਦਾ ਜਦੋਂ ਨਾਲੇ ਬੰਦਾ ਰਿਟਾਇਰ ਹੋ ਗਿਆ, ਉਸ ਪੋਸਟ ਤੋਂ ਰਿਟਾਇਰਮੈਂਟ ਲੈ ਲਈ, ਹੁਣ ਸਿਆਸਤ ਕਰੇ, ਵਕਾਲਤ ਕਰੇ, ਸਮਾਜਿਕ ਤੌਰ ਤੇ ਵਿਚਰੇ ਨਾ ਵਿਚਰੇ, ਉਹ ਉਹਦਾ ਨਿੱਜੀ ਫੈਸਲਾ ਆ। ਕਿਸੇ ਪਾਰਟੀ ਨਾਲ ਜਾਵੇ ਨਾ ਜਾਵੇ ਉਹਦੇ ਨਾਲ ਤੁਸੀਂ ਏਦਾਂ ਇਹ ਤਾਂ ਐ ਹੋ ਗਿਆ ਨਾ ਵੀ ਕਿਤੇ ਕੋਈ ਫਾਇਦਾ ਨਾ ਦੇ ਦੇਵੇ ਆਮ ਆਦਮੀ ਪਾਰਟੀ ਨੂੰ, ਕਿਉਂਕਿ ਇਹਨਾਂ ਬਾਕੀ ਪਾਰਟੀਆਂ ਕੋਲ ਮੁੱਦਾ ਕੋਈ ਨਹੀਂ। ਬਿਲਕੁਲ। ਇਹ ਆਪ ਇਹਨਾਂ ਮੁੱਦਿਆਂ ਤੇ ਤਾਂ ਇਹਨਾਂ ਨੇ ਸਿਆਸਤ ਕਰਨੀ ਸੀਗੀ, ਉਹ ਮੁੱਦਾ ਉੱਧਰ ਲੈ ਕੇ ਚਲਾ ਗਿਆ ਜੀ, ਉਹਦੇ ਨਾਲ ਮੁੱਦਾ ਚਲਾ ਗਿਆ, ਉਹਦੇ ਨਾਲ ਸਾਰੇ ਜਿਹੜੇ ਪ੍ਰਸ਼ਨ ਉੱਠਦੇ ਸੀਗੇ ਸਾਰੇ ਉੱਧਰ ਚਲੇ ਗਏ, ਜਵਾਬ ਇਹਨਾਂ ਨੂੰ ਦੇਣਾ ਪੈ ਗਿਆ। ਇੱਕ ਦੂਜੇ ਤੇ ਇਹ ਕੁਐਸਚਨ ਕਰਦੇ ਖੜੇ ਹੋ ਗਏ ਜੀ। ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਬਰਾੜ ਬੋਲ ਰਹੇ ਸੀ, ਉਹਨੂੰ ਕਹਿੰਦੇ ਕਿ ਵੀ ਜੋ ਇਹ ਕੁੰਵਰ ਵਿਜੇ ਪ੍ਰਤਾਪ ਨੇ ਸਕ੍ਰਿਪਟ ਲਿਖੀ ਸੀ ਇਹ ਆਮ ਆਦਮੀ ਪਾਰਟੀ ਨੇ ਲਿਖ ਕੇ ਦਿੱਤੀ ਸੀ ਉਹਨੂੰ। ਨਹੀਂ, ਤੁਹਾਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਦਾ? ਜਦੋਂ ਬੰਦਾ ਪਾਰਟੀ ਜੁਆਇਨ ਕਰਦਾ ਉਦੋਂ ਹੀ ਤੁਸੀਂ ਇਹ ਗੱਲ ਕਰਦੇ ਹੋ ਜੀ। ਅੱਜ ਹੀ ਕਿਤੇ ਅੱਜ ਤੁਹਾਡੇ ਕੋਲ ਕਾਗਜ਼ ਪਹੁੰਚ ਗਏ ਸਕ੍ਰਿਪਟ ਦੇ, ਕਿਹਦੀ ਲਿਖੀ ਹੋਈ ਹੈ, ਉਹ ਸਾਈਨ ਕਰਕੇ ਦੇਤੇ ਨੇ ਵੀ ਹਾਂ ਮੇਰੀ ਸਕ੍ਰਿਪਟ ਲਿਖੀ ਹੋਈ, ਅੱਜ ਕੱਲ ਹੋ ਗਿਆ। ਇਹ ਤਾਂ ਗੱਲਾਂ ਨੇ ਸਭ ਇਹਨਾਂ ਨੂੰ ਐ ਕਿ ਹੁਣ ਇਹਨੂੰ ਕਿੰਨਾ ਕੁ ਬਦਨਾਮ ਕਰਿਆ ਜਾਵੇ, ਜਿੰਨਾ ਕੁ ਬਦਨਾਮ ਕਰਿਆ ਜਾਵੇ ਉਨਾ ਹੀ ਬਹੁਤ ਹੈ ਜੀ। ਜਿੰਨਾ ਬਦਨਾਮੀ ਦੇ ਬਹੁਤ ਦਾਗ ਲੱਗਣੇ ਆ, ਬਹੁਤ ਕੁਝ ਬੋਲਿਆ ਜਾਣਾ, ਸਿਆਸੀ ਪਾਰਟੀਆਂ ਵੱਲੋਂ ਸਭ ਕੁਝ ਕਿਹਾ ਜਾਣਾ। ਇਹ ਚਾਹੁੰਦੇ ਨਹੀਂ ਗੁਰਜਿੰਦਰ ਜੀ, ਇਹ ਨਹੀਂ ਚਾਹੁੰਦੇ ਕਿ ਕਿਸੇ ਪਾਰਟੀ ਦੇ ਵਿੱਚ ਕੋਈ ਬੰਦਾ ਇਦਾਂ ਦਾ ਜਾਵੇ ਜਿਹਦੇ ਨਾਲ ਸਿਆਸਤ ਦਾ ਵੱਡਾ ਫਾਇਦਾ, ਵੋਟਾਂ ਦਾ ਵੱਡਾ ਵੋਟ ਬੈਂਕ ਜਿਹੜਾ ਹੈਗਾ ਉਧਰਲੇ ਪਾਸੇ ਜਾਣ ਦੀ ਗੁੰਜਾਇਸ਼ ਪੈਦਾ ਹੋ ਜਾਵੇ। ਇਹ ਆਪਣੇ ਆਪ ਨਾਲ ਜੋੜੀ ਰੱਖਣ ਲਈ ਬੰਦਿਆਂ ਨੂੰ ਆਪਣੇ ਆਪ ਦੇ ਵਿੱਚ ਚਲੋ 1% ਮੰਨ ਲਿਆ ਬਈ ਸਕ੍ਰਿਪਟ ਜਿਹੜੀ ਉਹਨੇ ਲਿਖੀ ਸੀ ਆਮ ਆਦਮੀ ਪਾਰਟੀ ਨੇ, ਜੇ ਕਿਤੇ ਕੁੰਵਰ ਵਿਜੇ ਪ੍ਰਤਾਪ ਮੰਨ ਲਓ ਆਪਾਂ ਉਦਾਂ ਹੀ ਗੱਲ ਕਰਦੇ, ਹਾਲਾਂਕਿ ਹੋਣਾ ਨਹੀਂ ਸੀ ਕਿਉਂਕਿ ਇਲਜ਼ਾਮ ਸਾਰੇ ਉੱਧਰ ਜਾਂਦੇ ਸੀ। ਅਕਾਲੀ ਦਲ ਜੁਆਇਨ ਕਰ ਜਾਂਦੇ ਫਿਰ ਸਕ੍ਰਿਪਟ ਕਿਹਦੀ ਸੀ? ਬਿਲਕੁਲ। ਜੇ ਕਾਂਗਰਸ ਜੁਆਇਨ ਕਰ ਸਕਦੇ ਸੀ ਫਿਰ ਸਕ੍ਰਿਪਟ ਕਿਹਦੀ ਹੁੰਦੀ ਜੀ? ਇਹਦਾ ਮਤਲਬ ਇੱਕ ਦੂਜੇ ਤੇ ਦੋਸ਼ ਦੇਣਾ ਹੈ। ਇਹਦੇ ਵਿੱਚ ਕੋਈ ਮੈਨੂੰ ਨਹੀਂ ਲੱਗਦਾ ਕਿ ਜੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤਾਂ ਕੋਈ ਗੁਨਾਹ ਕਰਤਾ ਕੁੰਵਰ ਵਿਜੇ ਪ੍ਰਤਾਪ ਨੇ, ਉਹਦਾ ਨਿੱਜੀ ਫੈਸਲਾ ਹੈ। ਕਿਸੇ ਪਾਰਟੀ 'ਚ ਜਾ ਕੇ ਐਮਐਲਏ ਲੜ ਸਕਦਾ ਤੇ ਆਮ ਆਦਮੀ ਪਾਰਟੀ ਨੂੰ ਉਸ ਚੀਜ਼ ਦਾ ਹਰ ਇੱਕ ਪਾਰਟੀ ਫਾਇਦਾ ਲੈਣਾ ਸੋਚਦੀ ਆ। ਕਿਹੜੀ ਪਾਰਟੀ ਨਹੀਂ ਸੋਚਦੀ ਕਿ ਉਹਦੇ ਨਾਲ ਕੋਈ ਏਦਾਂ ਦਾ ਬੰਦਾ ਜੁੜੇ, ਉਹਦੇ ਨਾਲ ਜਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ, ਜਿਹਦੇ ਨਾਲ ਲੋਕਾਂ ਦਾ ਸਮਾਜਿਕ ਕਾਰੋਬਾਰ ਜਾਂ ਸਮਾਜਿਕ ਕੋਈ ਸਾਰੋਕਾਰ ਹੋਵੇ,
ਇਸ ਤਰ੍ਹਾਂ ਦਾ ਜੁੜਿਆ ਹੋਵੇ ਜਿਹੜਾ ਉਹਨਾਂ ਨੂੰ ਫਾਇਦਾ ਦੇ ਦੇਵੇ ਵੋਟਾਂ ਦੇ ਵਿੱਚ। ਬਿਲਕੁਲ। ਇਹ ਜੇ ਆਮ ਆਦਮੀ ਪਾਰਟੀ ਨੇ ਬਾਜੀ ਮਾਰ ਲਈ ਤਾਂ ਬਾਕੀਆਂ ਦੇ ਤਾਂ ਢਿੱਡੀ ਪੀੜ ਹੋਣੀ ਹੋਈ ਆ ਜੀ। ਜੀ ਪਰਮਿੰਦਰ ਜੀ, ਇਸੇ ਜੋ ਤਮਾਮ ਇਹ ਸਿਆਸਤ ਦਾ ਮਾਹੌਲ ਬਣਿਆ ਹੋਇਆ, ਕਾਂਗਰਸ ਕਿੱਥੇ ਕੁ ਖੜਦੀ ਹੈ ਇਹਦੇ ਵਿੱਚ? ਕਿਉਂਕਿ ਤੁਸੀਂ ਦੇਖਿਆ ਕਿ 2 ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਵਿੱਚ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਤੇ ਆਪਣੀ ਸਰਕਾਰ ਦੇ ਵਿਧਾਇਕ ਹਮਲੇ ਕਰ ਰਹੇ ਨੇ। ਨਵਜੋਤ ਕੌਰ ਸਿੱਧੂ ਨੇ ਵੱਡਾ ਹਮਲਾ ਕੀਤਾ, ਪ੍ਰਗਟ ਸਿੰਘ ਸਿੱਧੂ ਨੇ ਵੱਡਾ ਹਮਲਾ ਕੀਤਾ, ਰਾਜਾ ਵੜਿੰਗ ਬੋਲਿਆ, ਆਪਣਾ ਜੋ ਫਤਿਹਗੜ੍ਹ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ ਨੇ ਉਹ ਬੋਲੇ। ਨਵਜੋਤ ਕੌਰ ਸਿੱਧੂ ਨੇ ਤਾਂ ਇੱਥੋਂ ਦਾ ਕਹਿਤਾ ਕਿ ਵੀ ਜੋ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਕੈਪਟਨ ਦੇ ਮੁੱਖ ਮੰਤਰੀ ਦੇ ਅਗਲੇ ਵਾਰ ਦਾਅਵੇਦਾਰ ਹੋਣ ਦੇ ਬੋਰਡ ਲੱਗ ਰਹੇ ਨੇ, ਉਹ ਕਹਿੰਦੇ ਬੋਰਡ ਲੱਗਣ ਨਾਲ ਕੋਈ ਮੁੱਖ ਮੰਤਰੀ ਨਹੀਂ ਬਣਦਾ। ਯਾਨੀ ਕਿ ਸਿੱਧੂ ਪਰਿਵਾਰ ਦੀ ਹੁਣ ਵੀ ਤਿੱਖੀ ਸੂਰ ਹੈ ਕੈਪਟਨ ਪ੍ਰਤੀ। ਕਿੱਥੇ ਖੜਦੀ ਹੈ ਕਾਂਗਰਸ ਇਸ ਪੂਰੇ ਮਾਮਲੇ ਤੇ ਖਾਸ ਕਰਕੇ 2 ਕਿਹਾ ਜਾ ਰਿਹਾ ਕਿ ਡੀਐਸਪੀ ਤੇ ਤਹਿਸੀਲਦਾਰ ਦੀ ਨੌਕਰੀ ਦਿੱਤੀ ਜਾਊਗੀ ਉਹਨਾਂ ਦੇ ਪੁੱਤਰਾਂ ਨੂੰ? ਗੁਰਜਿੰਦਰ ਜੀ, ਦੋ ਚੀਜ਼ਾਂ ਨੇ ਇਹ। ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜਾ ਨੌਕਰੀ ਦਿੱਤੀ ਗਈ ਹੈ ਜਿਹੜੀ ਇਹ ਤਹਿਸੀਲਦਾਰ ਦੀ ਤੇ ਡੀਐਸਪੀ ਦੀ, ਜਿਹੜਾ ਕੈਬਨਿਟ ਨੇ ਕਿਹਾ ਕਿ ਦੇ ਦੋ ਨੌਕਰੀ, ਤੇ ਰਾਹ ਪੱਧਰਾ ਹੋ ਗਿਆ, ਸਾਰਾ ਕੁਝ ਹੋ ਗਿਆ। ਤੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਬਿਆਨ ਹੈ ਉਹ ਕਹਿੰਦੇ ਵੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਜੇ ਵਿਰੋਧ ਕਰਦੇ ਨੇ ਤਾਂ ਮੈਨੂੰ ਦੱਸੋ ਕਿ ਕੁਰਬਾਨੀ ਵਾਲਾ ਕੋਈ ਬੰਦਾ ਏਦਾਂ ਹੈਗਾ ਤਾਂ ਮੈਂ ਉਹਨੂੰ ਵੀ ਨੌਕਰੀ ਦੇ ਦੂੰਗਾ। ਤੇ ਉਹ ਗੱਲ ਇਹ ਨਹੀਂ ਕਿ ਨੌਕਰੀ ਦੇ ਦੂੰਗਾ, ਗੱਲ ਇਹ ਹੈ ਕਿ ਜਿਨ੍ਹਾਂ ਨੂੰ ਲੋੜ ਹੀ ਨਹੀਂ ਨੌਕਰੀ ਦੀ ਉਹਨਾਂ ਨੂੰ ਨੌਕਰੀਆਂ ਕਿਉਂ ਦਿੱਤੀਆਂ ਜਾ ਰਹੀਆਂ ਨੇ? ਜਿਨ੍ਹਾਂ ਦੇ ਘਰੇ ਸਿਆਸਤ ਹੈ, ਜਿਨ੍ਹਾਂ ਦੇ ਘਰੇ ਰਾਜਨੀਤਿਕ ਬੰਦੇ ਬੈਠੇ ਨੇ, ਜਿਹੜੇ ਐਮਐਲਏ ਬਣਦੇ ਨੇ, ਜਿਨ੍ਹਾਂ ਕੋਲ ਕਰੋੜਾਂ ਅਰਬਾਂ ਰੁਪਇਆ ਜਾਇਦਾਦ ਹੈ ਉਹਨਾਂ ਕੋਲ, ਉਹਨਾਂ ਨੂੰ ਨੌਕਰੀ ਦੀ ਕੀ ਲੋੜ ਹੈ? ਖਾਸ ਕਰ ਇਦਾਂ ਦੀਆਂ ਪੋਸਟਾਂ ਜੀ, ਵੱਡੀਆਂ ਪੋਸਟਾਂ ਜਿਨ੍ਹਾਂ ਦੇ ਉੱਤੇ ਬੈਠ ਕੇ ਸਿੱਧਾ ਸਿਆਸੀ ਲਾਹਾ ਲਿਆ ਜਾ ਸਕਦਾ ਹੋਵੇ, ਸਿੱਧੇ ਤੌਰ ਤੇ ਸਿਆਸੀ ਲਾਹਾ ਲਿਆ ਜਾ ਸਕਦਾ ਹੋਵੇ, ਇਹਨਾਂ ਪੋਸਟਾਂ ਦੇ ਉੱਤੇ ਤਾਇਨਾਤ ਕਰਨ ਦਾ ਬੰਦਿਆਂ ਨੂੰ ਕੀ ਮਤਲਬ ਹੈ? ਕਿਸੇ ਯੋਗ ਬੰਦੇ ਦੀ ਤੁਸੀਂ ਨੌਕਰੀ ਖੋਈ ਆ ਜੀ। ਜੇ ਇਹਨਾਂ ਤੋਂ ਉਹੀ ਪ੍ਰੋਸੈਸ ਜੇ ਤੁਸੀਂ ਪੋਸਟਾਂ ਕੱਢ ਲੈਂਦੇ, ਇਹਨਾਂ ਨੂੰ ਵੀ ਅਪਲਾਈ ਕਰਨ ਦਾ ਮੌਕਾ ਮਿਲਦਾ ਜੀ, ਤੇ ਯੋਗ ਬਣ ਕੇ ਨਿਕਲਦੇ, ਉਹ ਵੱਖਰੀ ਗੱਲ ਸੀ। ਉਹ ਵੱਖਰੀ ਗੱਲ ਸੀ, ਕਿਸੇ ਇੰਟਰਵਿਊ ਦੇ ਵਿੱਚ 2 ਪੁਆਇੰਟ ਵੱਧ ਦੇ ਜਾ ਸਕਦੇ, ਪ੍ਰਕਿਰਿਆ ਫੋਲੋ ਹੁੰਦੀ, ਜਿਹੜਾ ਬੰਦਾ ਅੱਗੇ ਆਂਦਾ ਤਾਂ ਠੀਕ ਸੀ। ਕੋਈ ਟੈਸਟ ਲਏ ਜਾਂਦੇ, ਕੋਈ ਇੰਟਰਵਿਊ ਹੁੰਦੀ, ਕੋਈ ਸਰੀਰਕ ਤੌਰ ਤੇ ਟੈਸਟ ਲਿਆ ਜਾਂਦਾ, ਫਿਜ਼ੀਕਲ, ਕੋਈ ਇਦਾਂ ਦਾ ਹੁੰਦਾ, ਫਿਰ ਤਾਂ ਠੀਕ ਸੀਗਾ। ਚਲੋ ਮੰਨਿਆ ਕਿ ਪੋਸਟਾਂ ਭਰਨ ਦਾ ਸਭ ਨੂੰ ਅਧਿਕਾਰ ਹੈ ਭਾਈ। ਪਿੱਛੇ ਜੇ ਵੀ ਡੀਐਸਪੀ ਲਾਇਆ ਗਿਆ ਸੀ ਰਵਨੀਤ ਬਿੱਟੂ ਉਹਨਾਂ ਦਾ ਬਰਾਬਰ, ਹਾਂ, ਉਹੀ ਹਵਾਲਾ ਦੇ ਕੇ ਹੁਣ ਵੀ ਨੌਕਰੀ ਹਾਸਲ ਕਰੀ। ਇਹ ਗੱਲ ਤਾਂ ਇਹ ਹੈ ਕਿ ਕਿਸੇ ਗਰੀਬ ਬੰਦੇ ਦੇ, ਖਾਸ ਕਰ ਜਿਨ੍ਹਾਂ ਦਾ ਸੱਚੀ ਮੁੱਚੀ ਅਧਿਕਾਰ ਹੁੰਦਾ, ਹੱਕ ਹੁੰਦਾ ਇਹਨਾਂ ਪੋਸਟਾਂ ਦੇ ਉੱਤੇ, ਉਹਨਾਂ ਦਾ ਹੱਕ ਖੋਇਆ ਗਿਆ। ਸਰਕਾਰ ਦਾ ਵਿਰੋਧ ਇਹਨਾਂ ਦਾ ਆਪਣੇ ਲੋਕ ਹੀ ਕਰ ਰਹੇ ਨੇ। ਜਾਖੜ ਨੇ ਕੀਤਾ ਹੈ, ਕੁਲਜੀਤ ਨਾਗਰਾ ਨੇ ਕੀਤਾ, ਨਵਜੋਤ ਕੌਰ ਸਿੱਧੂ ਨੇ ਕੀਤਾ, ਹੋਰ ਬੰਦੇ ਵੀ ਨੇ, ਜਿਹੜੇ ਰਾਜਾ ਵੜਿੰਗ ਹੋ ਗਿਆ, ਸਾਰਿਆਂ ਨੇ ਕੀਤਾ ਹੈ। ਉਹ ਕਹਿੰਦੇ ਕਿ ਫੈਸਲਾ ਤੁਰੰਤ ਪ੍ਰਗਟ ਸਿੰਘ ਨੇ ਕੀਤਾ, ਉਹ ਕਹਿੰਦੇ ਫੈਸਲਾ ਤੁਰੰਤ ਵਾਪਸ ਹੋਣਾ ਚਾਹੀਦਾ। ਇਹ ਗਲਤ ਗੱਲ ਹੈ। ਇਹ ਇਦਾਂ ਦਾ ਜਾਖੜ ਨੇ ਤਾਂ ਇਹ ਕਹਿੰਦਾ ਕਿ ਭਾਈ ਭਤੀਜਾ ਬਾਦ ਪਣਪਦਾ ਫਿਰ ਇੱਥੇ ਤਾਂ ਬਿਲਕੁਲ ਇਹ ਜੇ ਗੱਲ ਉਹਨਾਂ ਦੀ ਸਹੀ ਹੈ ਕਿ ਪਾਰਟੀ ਦਾ ਜੋ ਨਿਯਮ ਹੈ ਹੀ ਨਹੀਂ। ਬਿਲਕੁਲ, ਤੁਸੀਂ ਨਿੱਜੀ ਫਾਇਦਾ ਕਿਵੇਂ ਲੈ ਸਕਦੇ ਹੋ? ਤੁਸੀਂ ਕਿਵੇਂ ਨੌਕਰੀਆਂ ਦੇ ਵਿੱਚ ਦੂਜਿਆਂ ਨੂੰ ਅਣਗੌਲਿਆ ਕਰ ਸਕਦੇ ਹੋ? ਜਿਹੜੇ ਲੋਕ ਬੇਰੁਜ਼ਗਾਰ ਵਿਚਾਰੇ ਡਾਂਗਾ ਖਾ ਰਹੇ ਨੇ, ਉਹਨਾਂ ਦਾ ਕਸੂਰ ਕੀ ਹੈ? ਉਹ ਪੜ੍ਹ ਵੀ ਰਹੇ ਨੇ, ਟੈਸਟ ਵੀ ਦੇ ਰਹੇ ਨੇ, ਤੁਸੀਂ ਫੀਸਾਂ ਵੀ ਉਹਨਾਂ ਤੋਂ ਵਸੂਲ ਰਹੇ ਹੋ। ਤੁਸੀਂ ਉਹ ਕਾਲਜ ਖੋਲ ਰਹੇ ਹੋ ਜਿਹਨਾਂ ਦੀ ਲੋੜ ਕੋਈ ਨਹੀਂ ਹੈਗੀ, ਤੁਸੀਂ ਉਹ ਪੜ੍ਹਾਈਆਂ ਦੇ ਲਈ ਟੈਸਟ ਕਰ ਰਹੇ ਹੋ। ਤੁਸੀਂ ਵੈਕੈਂਸੀ 4-5 ਜਾਂ 50 ਵੈਕੈਂਸੀਆਂ ਕੱਢਦੇ ਹੋ, ਤੁਸੀਂ ਤੇ 5 ਲੱਖ ਬੰਦਾ ਅਪਲਾਈ ਕਰਦਾ, ਉਹਨਾਂ ਤੋਂ ਸਾਰਿਆਂ ਫੀਸ ਇਕੱਠੀ ਕਰੀ ਜਾਂਦੀ ਹੈ। ਤੁਸੀਂ ਹੁਣ ਦੇਖੋ ਪਰਮਿੰਦਰ ਜੀ, ਪਿੱਛੇ ਜੀ ਨਾਇਬ ਤਹਿਸੀਲਦਾਰ ਦੇ ਪੇਪਰ ਨਿਕਲੇ ਸੀ, ਇੱਕ ਬੱਚੇ ਕੋਲੋਂ 3-3 ਹਜ਼ਾਰ ਰੁਪਏ ਲੈ ਕੇ ਫੀਸ ਭਰੀ, ਤੇ ਹੁਣ ਤੱਕ ਸਰਕਾਰ ਵੱਲੋਂ ਪੇਪਰ ਦੀ ਕੋਈ ਤਰੀਕ ਨਹੀਂ ਮਿੱਥੀ ਜਾ ਰਹੀ। ਉਹੀ ਗੱਲ ਕਰਦਾ ਕਿ ਇਹ ਆਪਣਾ ਖਜ਼ਾਨਾ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚੋਂ, ਲੋਕਾਂ ਦੇ ਜੇਬਾਂ ਦੇ ਵਿੱਚੋਂ ਭਰ ਰਹੇ ਹੋ, ਤੇ ਨੌਕਰੀਆਂ ਇਹਨਾਂ ਨੂੰ ਦੇ ਰਹੇ ਹੋ ਸਾਰੀ ਉਮਰ ਖਾਣ ਦੇ ਲਈ। ਇਹਨਾਂ ਨੂੰ ਦੇਤਾ, ਵੱਡੀਆਂ ਪੋਸਟਾਂ ਇਹਨਾਂ ਨੂੰ ਦੇਤੀਆਂ ਤੁਸੀਂ। ਇਹ ਗੁਨਾਹ ਆ। ਇਹ ਕਿਸੇ ਵੀ ਪਾਰਟੀ ਤੋਂ ਏਦਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਲੋਕਾਂ ਨੂੰ ਏਦਾਂ ਅਣਦੇਖਿਆ ਕਰੇ, ਜਾਂ ਖਾਸ ਕਰ ਜਿਹੜੇ ਇਹਨਾਂ ਨੂੰ ਉੱਚੀਆਂ ਅਹੁਦਿਆਂ ਤੇ ਬਿਠਾਉਂਦੇ ਨੇ, ਇਹਨਾਂ ਨੂੰ ਪਦਵੀਆਂ ਬਖਸ਼ਦੇ ਨੇ, ਆਪਣੇ ਤੇ ਰਾਜ ਕਰਨ ਦਾ ਹੱਕ ਦਿੰਦੇ ਨੇ, ਉਹਨਾਂ ਲੋਕਾਂ ਦੇ ਹੱਕ ਕੌਣ ਤੇ ਤੁਲੇ ਹੋਏ ਨੇ, ਤੇ ਵਿਰੋਧ ਤਾਂ ਹੋਣਾ ਹੀ ਹੈ। ਦੂਜੀ ਗੱਲ, ਤੁਸੀਂ ਜਿਹੜੀ ਨਵਜੋਤ ਕੌਰ ਸਿੱਧੂ ਦੀ ਕੀਤੀ ਆ, ਉਹ ਤਾਂ ਸਰਕਾਰ ਤੇ ਪਹਿਲਾਂ ਹੀ ਹਮਲਾਵਰ ਨੇ ਦੋਨੋਂ ਜੋੜੀ। ਔਰ ਇੱਕ ਗੱਲ ਹੋਰ ਗੁਰਜਿੰਦਰ ਜੀ, ਅਸੀਂ ਆਪਣੇ ਚੈਨਲ ਤੋਂ ਬਾਰ-ਬਾਰ ਮੈਂ ਇਹ ਗੱਲ ਕਰਦਾ ਰਿਹਾ ਕਿ ਹਾਈ ਕਮਾਂਡ ਦੇ ਇਸ਼ਾਰੇ ਤੋਂ ਬਿਨਾਂ ਕੋਈ ਨਹੀਂ ਚੱਲਦਾ। ਇਹ ਗੱਲ ਹੁਣ ਨਵਜੋਤ ਕੌਰ ਸਿੱਧੂ ਨੇ ਵੀ ਕਰਤੀ। ਉਹ ਕਹਿੰਦੀ ਨਵਜੋਤ ਸਿੰਘ ਸਿੱਧੂ ਨੂੰ ਹੁਕਮ ਹੋਇਆ ਹੈ ਚੁੱਪ ਰਹਿਣ ਦਾ, ਇਸ ਕਰਕੇ ਚੁੱਪ ਹੈ। ਬਿਲਕੁਲ, ਇਹ ਗੱਲ ਹੁਣ ਆਪ ਸੋਚ ਸਕਦੇ ਨੇ ਲੋਕ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਨਵਜੋਤ ਸਿੰਘ ਸਿੱਧੂ ਨੂੰ ਕੱਲ ਨੂੰ ਜੇ ਕੋਈ ਕਮਾਂਡ ਮਿਲਦੀ ਹੈ ਤਾਂ ਉਹ ਪਾਰਟੀ ਦੀ ਹਾਈ ਕਮਾਂਡ ਦੇ ਇਸ਼ਾਰੇ ਤੋਂ ਬਿਨਾਂ ਕੋਈ ਕੰਮ ਕਰ ਸਕਦਾ, ਜਾਂ ਆਪ ਫੈਸਲਾ ਲੈਣ, ਜਾਂ ਆਪ ਨਹੀਂ ਲੈ ਸਕਦੇ। ਬਿਲਕੁਲ, ਜਦ ਤੁਸੀਂ ਜੇ ਮਸਲਾ ਪੰਜਾਬ ਦਾ, ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਨੇ, ਸਾਰੀ ਕਾਂਗਰਸ ਦੀ ਗੱਲ ਕਰਦੇ ਆਪਾਂ, ਆਪਸ ਵਿੱਚ ਪੰਜਾਬ ਦੇ ਲੋਕਾਂ ਕਰਕੇ ਲੜ ਰਹੇ ਹੋ। ਲੋਕ ਤਾਂ ਇਹੀ ਸਮਝਦੇ ਨੇ ਨਾ, ਜਦ ਕਿ ਕੁਰਸੀ ਦੀ ਲੜਾਈ ਆ, ਪਰ ਲੋਕ ਸਮਝਦੇ ਨੇ ਸਾਡੇ ਹਿੱਤਾਂ ਦੀ
ਸਾਡੇ ਬੇਅਦਬੀ ਮਾਮਲੇ ਦੀ, ਸਾਡੇ ਗੁਰੂ ਸਾਹਿਬ ਦੀ ਬੇਅਦਬੀ, ਉਹਦੇ ਮਾਮਲੇ ਤੇ ਲੜਾਈ ਚੱਲ ਰਹੀ ਹੈ, ਇੱਕ ਦੂਜੇ ਦਾ ਵਿਰੋਧ ਕਰ ਰਹੇ ਨੇ, ਕੈਪਟਨ ਦਾ ਵਿਰੋਧ ਕਰ ਰਹੇ ਨੇ, ਤਾਂ ਕਰ ਰਹੇ ਨੇ। ਲੇਕਿਨ ਜੇ ਇਹ ਗੱਲ ਹੁੰਦੀ ਤਾਂ ਪੰਜਾਬ ਦੇ ਵਿੱਚ ਹੀ ਨਿਬੜਦਾ, ਹਾਈ ਕਮਾਂਡ ਕੋਲ ਜਾਣ ਦੀ ਕੀ ਲੋੜ ਸੀ, ਹਾਈ ਕਮਾਂਡ ਨੂੰ ਕਮੇਟੀ ਬਣਾਉਣ ਦੀ ਕੀ ਲੋੜ ਸੀ, ਉੱਥੋਂ ਫੈਸਲੇ ਤਾਂ ਉੱਥੋਂ ਹੋਣੇ ਨੇ। ਇਹ ਗੱਲ ਬਿਲਕੁਲ ਗਲਤ ਹੈ ਕਿ ਜੇ ਕੋਈ ਸੋਚਦਾ ਬੰਦਾ ਕਿ ਕਾਂਗਰਸ ਜਾਂ ਭਾਜਪਾ ਵਰਗੀਆਂ ਜਾਂ BSP ਵਰਗੀਆਂ ਜਿਹੜੀਆਂ ਕੌਮੀ ਪਾਰਟੀਆਂ ਕਹਾਉਂਦੀਆਂ ਨੇ, ਵੱਡੀਆਂ ਪਾਰਟੀਆਂ ਨੇ, ਜਾਂ ਰੀਜਨਲ ਪਾਰਟੀਆਂ ਨੇ, ਉਹਨਾਂ ਦੇ ਜਿਹੜੇ ਆਗੂ ਜਾਂ ਸੁਪਰੀਮੋ ਬੈਠੇ ਨੇ, ਚਾਹੇ ਉਹ ਕੇਜਰੀਵਾਲ ਹੈ, ਚਾਹੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਹੈ, ਤਾਂ ਇਹਨਾਂ ਦੇ ਕਹੇ ਤੋਂ ਬਿਨਾਂ ਪਾਰਟੀ 'ਚ ਕੋਈ ਪੱਤਾ ਵੀ ਹਿੱਲ ਹੈ ਜਾਂ ਕੁਝ ਨਹੀਂ ਹੈ। ਉੱਥੇ ਸੋਨੀਆ ਦੀ ਚੱਲਣੀ ਆ, ਰਾਹੁਲ ਦੀ ਚੱਲਣੀ ਹੈ, ਗਾਂਧੀ ਪਰਿਵਾਰ ਦੀ, ਠੀਕ ਹੈ। BJP ਦੇ ਵਿੱਚ ਜਿਹੜੀ ਹਾਈ ਕਮਾਂਡ ਉਹਨਾਂ ਦੀ ਚੱਲਣੀ ਹੈ, BSP 'ਚ ਮਾਇਆਵਤੀ ਦੀ ਚੱਲਣੀ ਹੈ, ਰੀਜਨਲ ਪਾਰਟੀਆਂ 'ਚ ਉਹਨਾਂ ਦੇ ਸੁਪਰੀਮੋ ਬਣੇ ਬੈਠੇ ਨੇ, ਉਹਨਾਂ ਦੀ ਚੱਲਣੀ ਹੈ। ਇਹ ਡੰਡਾ ਉੱਪਰੋਂ ਹੁੰਦਾ, ਇਹ ਏਦਾਂ ਨਹੀਂ ਹੁੰਦਾ ਕਿ ਕਿਸੇ ਬੰਦੇ ਨੂੰ ਆ ਕੇ ਤੁਸੀਂ, ਸਾਡੇ ਲੋਕਾਂ ਦੇ ਵਿੱਚ ਭਰਮ ਹੁੰਦਾ ਇਹ ਕਿ ਹਾਂ ਇਹ ਬੰਦੇ ਨੇ ਸਾਡੀ ਗੱਲ ਕਰਤੀ। ਨਹੀਂ ਭਾਈ, ਗੱਲ ਤੁਹਾਡੀ ਕੀਤੀ ਨਹੀਂ, ਗੱਲ ਨਹੀਂ ਕਰਨੀ, ਉਹਨੂੰ ਕੋ ਕੰਮ ਕਰਕੇ ਦਿਖਾਵੇ ਜੀ, ਕੰਮ ਕਰਕੇ ਦਿਖਾਵੇ, ਲਿਆਵੇ ਵੀ ਆਹ ਦੇਖੋ ਮੈਂ ਲੈ ਕੇ ਆਇਆ, ਕੰਮ ਸਵਾਰਤਾ ਮੈਂ, ਫੇਰ ਤਾਂ ਗੱਲ ਬਣਦੀ ਹੈ। ਅਦਰਵਾਈਜ਼ ਤਾਂ ਇਹ ਸਭ ਪੋਸਟਰ ਜੰਗ ਤੇ ਵੀ ਬੋਲੇ ਆ ਨਵਜੋਤ ਕੌਰ ਸਿੱਧੂ ਕੇ ਪੋਸਟਰ ਲਾਉਣ ਨਾਲ ਕਿਹੜਾ ਕੋਈ ਸੱਤਾ ਮਿਲ ਜਾਂਦੀ ਹੈ। ਪੋਸਟਰ ਠੀਕ ਹੈ, ਦੋਨੋਂ ਪਾਸੋਂ ਲੱਗ ਰਹੇ ਸੀਗੇ, ਹੁਣ ਵੀ ਤਾਂ ਉਤਾਰੇ ਗਏ ਨੇ। ਕਿਉਂ ਉਤਾਰਨੇ ਗਏ? ਉੱਪਰੋਂ ਹੁਕਮ ਆ ਗਿਆ, ਪੋਸਟਰ ਉਤਾਰੋ, ਤਾਂ ਉਤਰ ਗਏ ਸਾਰੇ। ਤੇ ਉਹ ਚਾਹੇ ਸਿੱਧੂ ਨੇ ਲਵਾਏ ਸੀ, ਚਾਹੇ ਕੈਪਟਨ ਨੇ ਲਵਾਏ ਸੀ, ਸਾਰੇ ਉਤਰੇ ਨੇ ਨਾ। ਤੇ ਆਹੀ ਗੱਲ ਅੱਗੇ ਵੀ ਹੋਣੀ ਹੈ। ਕੋਈ CM ਬਣ ਜੇ, ਕੋਈ ਡਿਪਟੀ CM ਬਣ ਜੇ, ਜਦੋਂ ਤੱਕ ਉੱਥੋਂ ਇਸ਼ਾਰਾ ਨਹੀਂ ਹੁੰਦਾ ਕੋਈ ਪੱਤਾ ਨਹੀਂ ਹਿੱਲਦਾ, ਕਿਸੇ ਨੇ ਕੋਈ ਕੰਮ ਨਹੀਂ ਕਰਨਾ ਜੀ। ਤੇ ਸਾਰਾ ਕੁਝ ਬਦਲਿਆ ਜਾਣਾ, ਢਾਂਚਾ ਸਭ ਕੁਝ ਹੋਣਾ, ਇਹ ਸਾਰਾ ਕੁਝ ਉੱਥੋਂ ਸਕ੍ਰਿਪਟਡ ਕਹਿ ਲਓ ਹੁੰਦਾ, ਜਿਹੜਾ ਦੋਸ਼ ਲੱਗਦੇ ਨੇ ਹੁਣ ਲਾਏ ਨੇ, ਉਹ ਇਹ ਸਾਰਾ ਕੁਝ ਉੱਤੋਂ ਹੀ ਆਉਂਦਾ, ਉੱਤੋਂ ਹੀ ਹੋਣਾ ਹੁੰਦਾ। ਸੋ ਇਹ ਨਾ ਨੌਕਰੀਆਂ ਦੇ ਮਾਮਲੇ ਵਿੱਚ ਵੀ ਹੁਣ ਸਰਕਾਰ ਘਿਰ ਚੁੱਕੀ ਹੈ, ਕੈਪਟਨ ਸਰਕਾਰ। ਪ੍ਰਗਟ ਸਿੰਘ ਦਾ ਬੜਾ ਵੱਡਾ ਹਮਲਾ ਹੈ ਕਿ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹ ਨਹੀਂ ਕੀਤੇ ਜਾਂਦੇ। ਜੇ 5 ਮੰਤਰੀ ਵੀ ਅਪੋਜ਼ ਕਰ ਰਹੇ ਨੇ ਕਹਿੰਦੇ, ਤਾਂ ਕੈਪਟਨ ਅਮਰਿੰਦਰ ਸਿੰਘ ਕਰ ਦਿੰਦੇ ਨੇ ਫਿਰ ਵੀ ਜੀ। ਤੇ ਉਹਨਾਂ ਦੀ ਕਹਿ ਲਓ ਕੁਆਲਿਟੀ ਹੈ ਜਾਂ ਕੈਪੇਬਿਲਿਟੀ ਹੈਗੀ, ਉਹਨਾਂ ਦੀ ਕੈਪੈਸਿਟੀ ਹੈਗੀ ਆ, ਉਹਨਾਂ ਦੀ ਇਦਾਂ ਦੀ ਕਰ ਦਿੰਦੇ ਨੇ। ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਹੁੰਦੇ ਹੈਗੇ। ਉਹ ਕਹਿੰਦੇ ਮੈਂ ਅੱਜ ਵੀ ਮੈਂ ਤਿਆਰ ਹਾਂ, ਜੋ ਸੱਚ ਕਹਿ ਰਿਹਾ, ਜੇ ਸੱਚ ਬੋਲਣਾ ਗੁਨਾਹ ਹੈ, ਕਹਿੰਦੇ ਚਾਹੇ ਮੈਨੂੰ ਸਜ਼ਾ ਦੇ ਦਿਓ, ਪਾਰਟੀ ਚੋਂ ਕੱਢ ਦਿਓ, ਮੈਨੂੰ ਕੋਈ ਉਹ ਨਹੀਂ, ਗਿਲਾ ਨਹੀਂ ਹੈ, ਪਰ ਸੱਚ ਤਾਂ ਸੱਚ ਹੀ ਰਹਿਣਾ। ਪ੍ਰਗਟ ਸਿੰਘ ਦੇ ਆਪਦੇ ਬਿਆਨ ਨੇ, ਮਤਲਬ ਇੱਡੇ ਤਿੱਖੇ ਵਾਰ ਜਿਹੜੇ ਹੈਗੇ ਨੇ ਉਹ ਆਪਣੇ ਹੀ ਕਰ ਰਹੇ ਨੇ ਕੈਪਟਨ ਸਰਕਾਰ ਦੇ ਉੱਤੇ। ਇੱਕਦਮ ਪਹਿਲਾਂ ਜੰਗ ਥੰਮ ਗਈ ਸੀ, ਪਰ ਹੁਣ ਆ ਨੌਕਰੀਆਂ ਦੇ ਮਾਮਲੇ ਦੇ ਵਿੱਚ ਫਿਰ ਸਾਰੇ ਇੱਕਦਮ ਖੜੇ ਹੋ ਗਏ ਆ। ਹੈ ਵੀ ਗਲਤ ਹੈ, ਬੋਲਣਾ ਵੀ ਚਾਹੀਦਾ ਹੈ, ਲੋਕਾਂ ਦਾ ਹੱਕ ਹੈ, ਤਾਂ ਲੋਕਾਂ ਦੇ ਕੋਲ ਜਾਣਾ ਵੀ ਚਾਹੀਦਾ ਹੈ ਜੀ। ਪਰਮਿੰਦਰ ਜੀ, ਤੁਸੀਂ ਜ਼ਿਕਰ ਕੀਤਾ ਸੀ ਕਿ ਵੀ ਜੋ ਲੀਡਰ ਨੇ ਇਹ ਹਾਈ ਕਮਾਂਡ ਤੋਂ ਚੱਲਦੇ ਨੇ, ਜੋ ਦਿੱਲੀ ਬੈਠੀ ਹੈ, ਤਾਂ ਫਿਰ ਜਦੋਂ ਇਹ ਪੰਜਾਬ ਆ ਕੇ ਦਾਅਵੇ ਕਰਦੇ ਨੇ, ਚਾਹੇ ਆਪਾਂ ਸਾਰੇ ਲੀਡਰਾਂ ਦੀ ਗੱਲ ਕਰਦੇ ਹਾਂ ਕਿ ਅਸੀਂ ਪੰਜਾਬ ਦੀ ਗੱਲ ਕਰਾਂਗੇ, ਅਸੀਂ ਇਸ ਖੇਤਰ ਦੀ ਗੱਲ ਕਰਾਂਗੇ, ਸੂਬੇ ਦੀ ਗੱਲ ਕਰਾਂਗੇ, ਅਸੀਂ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਾਂਗੇ, ਤਾਂ ਫਿਰ ਇਹ ਕਿ ਲੋਕਾਂ ਨੂੰ ਵੀ ਮੂਰਖ ਬਣਾਉਂਦੇ ਨੇ ਗੱਲ ਕਰਕੇ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਾਂਗੇ। ਜਦੋਂ ਕਿ ਕੋਈ ਵੀ ਫੈਸਲਾ ਲੈਣਾ ਹੋਵੇ, ਕਿਸੇ ਤਰ੍ਹਾਂ ਦੀ ਕੋਈ ਨੀਤੀ ਅਪਣਾਉਣੀ ਹੋਵੇ, ਤਾਂ ਫੈਸਲਾ ਇਹ ਹਾਈ ਕਮਾਂਡ ਤੋਂ ਲੈਂਦੇ ਨੇ। ਤਾਂ ਫਿਰ ਲੋਕ ਇਸ ਪੂਰੇ ਮਸਲੇ ਨੂੰ ਕਿਵੇਂ ਸਮਝਣ? ਕਿਉਂਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ, ਉਦੋਂ ਇੱਕ ਵੇਵ ਸੀ, ਇੱਕ ਲਹਿਰ ਸੀ, ਐਂ ਹੋ ਗਿਆ ਸੀ ਕਿ ਲੋਕ ਪਤਾ ਨਹੀਂ ਕਿੰਨੇ ਕੁ ਜਾਗਰੂਕ ਹੋ ਗਏ ਸੱਤਾ ਨੂੰ ਲੈ ਕੇ। ਤਾਂ ਹੁਣ ਫਿਰ ਜਦੋਂ ਰੈਲੀਆਂ 'ਚ ਇਕੱਠ ਦੇਖਦੇ ਆਪਾਂ, ਕਿਤੇ ਨਾ ਕਿਤੇ ਲੱਗਦਾ ਕਿ ਵੀ ਲੋਕਾਂ ਦਾ ਵੀ ਇਹਦੇ 'ਚ ਸਮਝਣਾ ਜ਼ਰੂਰੀ ਹੈ। ਲੋਕਾਂ ਦਾ ਤਾਂ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਲੋਕ ਹੀ ਬਦਲ ਕਰ ਸਕਦੇ ਨੇ, ਸਿਆਸਤ ਦੇ ਵਿੱਚ ਬਦਲ ਲਿਆ ਸਕਦੇ ਨੇ, ਅਦਰਵਾਈਜ਼ ਨਹੀਂ ਆਉਣਾ। ਇਹ ਲੋਕ ਨਹੀਂ ਚਾਹੁੰਦੇ ਜਿਹੜੇ ਸਿਆਸਤਦਾਨ ਨੇ ਕਿ ਬਦਲ ਆਵੇ। ਹੁਣ ਤੁਸੀਂ ਦੇਖੋ, ਸਿਆਸਤਦਾਨਾਂ ਦਾ ਧਰਮ ਇਹੀ ਹੁੰਦਾ ਹੈ। ਮੈਂ ਕਿਸੇ ਇੱਕ ਪਾਰਟੀ ਦੀ ਨਹੀਂ ਗੱਲ ਕਰ ਰਿਹਾ, ਸਾਰੀਆਂ ਸਿਆਸੀ ਪਾਰਟੀਆਂ ਦਾ ਇਹ ਧਰਮ ਹੁੰਦਾ ਕਿ ਕੋਈ ਸਾਡੇ ਵਿਰੁੱਧ ਮੁੱਦਾ ਉੱਠਦਾ ਹੈ, ਉਹ 'ਚ ਇੰਨਾ ਕੁ ਖਲਾਰਾ ਪਾ ਦਿਓ ਲੋਕਾਂ ਦੀ ਸਮਝ 'ਚ ਨਾ ਆਵੇ, ਉਹ ਸੋਚ ਹੀ ਨਾ ਸਕਣ, ਜਾਂ ਐਡਾ ਵੱਡਾ ਹੋਰ ਉਹਨੂੰ ਐਡਾ ਵੱਡਾ ਫੈਲਾ ਦਿਓ ਕਿ ਇਸ ਨੂੰ ਆਮ ਹੀ ਲੋਕ ਸਮਝਣ ਵੀ ਆਮ ਹੀ ਗੱਲ ਹੈ। ਜਾਂ ਫਿਰ ਭ੍ਰਿਸ਼ਟਾਚਾਰ ਫੈਸਲਾ ਹੀ ਨਾ ਕਰ ਪਾਉਣ ਕੀ ਸਹੀ ਹੈ ਕੀ ਗਲਤ ਹੈ। ਹਾਂ, ਲੋਕ ਫੈਸਲਾ ਨਾ ਕਰ ਪਾਉਣ ਵੀ ਗਲਤ ਕੀ ਹੈ ਠੀਕ ਕੀ ਹੈ। ਤੇ ਭ੍ਰਿਸ਼ਟਾਚਾਰੀ ਦੀ ਕਾਪ ਮਿਸਾਲ ਹੈ। ਭ੍ਰਿਸ਼ਟਾਚਾਰ ਇੰਨਾ ਕੁ ਫੈਲਾਤਾ ਕਿ ਲੋਕ ਆਮ ਸਮਝਣ ਲੱਗ ਗਏ ਕਿ ਤਾਂ ਆਮ ਚੀਜ਼ ਹੈ ਵੀ ਜੇ ਕੋਈ ਕੰਮ ਕਰਾਉਣਾ ਜੇਬ 'ਚ ਪੈਸਾ ਲੈ ਕੇ ਜਾਓ ਜੀ, 100 ਰੁਪਇਆ 50 ਰੁਪਏ 200 ਰੁਪਇਆ ਚਲਾਨ ਵੀ ਜੇ ਬਚਾਉਣਾ ਤਾਂ ਜੇਬ 'ਚ 50-100 ਰੁਪਇਆ ਹੋਣਾ ਚਾਹੀਦਾ, ਬਚ ਜੂਗਾ। ਮਤਲਬ ਧਾਰਨਾ ਬਣ ਗਈ ਲੋਕਾਂ ਦੀ, ਬਣ ਗਈ ਬਿਲਕੁਲ। ਉਹ ਪੈਸਾ ਲੈ ਕੇ ਨਿਕਲਦੇ ਨੇ ਵੀ ਹੋਰ ਚਾਹੇ ਕੰਮ ਹੋਵੇ ਨਾ ਹੋਵੇ, ਚਲਾਨ ਤੋਂ ਬਚਣ ਦੇ ਲਈ 50-100 ਰੁਪਇਆ ਤਾਂ ਹੋਣਾ ਚਾਹੀਦਾ ਜੀ। ਕਿਸੇ ਤਹਿਸੀਲ 'ਚ ਜਾਣਾ, ਕਿਸੇ ਹੋਰ ਕੰਮ ਜਾਣਾ, ਕੋਈ ਰਜਿਸਟਰੀ, ਕੋਈ ਫਲਾਣਾ, ਕੋਈ ਪਟਵਾਰੀ ਕੋਲ ਜਾਣਾ, ਤਾਂ ਥਾਣੇ ਜਾਣਾ, ਕੁਝ ਕਰਨਾ ਹੈ, ਜਾਨੀ ਕਿ 150-200 ਰੁਪਇਆ 500 ਰੁਪਇਆ ਜੇਬ 'ਚ ਹੋਣਾ ਚਾਹੀਦਾ, ਕੰਮ ਹੋ ਜਾਊਗਾ। ਇਹ ਧਾਰਨਾ ਬਣਾਤੀ ਨਾ ਲੋਕਾਂ ਨੇ, ਭ੍ਰਿਸ਼ਟਾਚਾਰ ਇੰਨਾ ਫੈਲਾਤਾ ਕਿ ਲੋਕ ਇਹ ਸਮਝਣ ਲੱਗ ਗਏ। ਹੁਣ ਬਾਕੀ ਵੀ ਏਜੰਡੇ ਨੇ ਜਿਹੜੇ ਇਹਨਾਂ ਦੇ ਇਹੀ ਨੇ ਕਿ ਬਾਕੀ ਗੱਲਾਂ ਦੇ ਵਿੱਚ ਵੀ, ਚਾਹੇ ਉਹ ਬੇਅਦਬੀ ਮਾਮਲਾ ਹੈ,
ਚਾਹੇ ਕੋਈ ਹੋਰ ਮਾਮਲਾ, ਚਾਹੇ ਰੇਤ ਦਾ ਹੈ, ਚਾਹੇ ਕੇਬਲ ਦਾ ਹੈ, ਚਾਹੇ ਟਰਾਂਸਪੋਰਟ ਦਾ ਹੈ, ਚਾਹੇ ਨਸ਼ਿਆਂ ਦਾ, ਚਾਹੇ ਉਹਨੂੰ ਇੰਨਾ ਕੁ ਐਂ ਕਹ ਲਓ ਕਿ ਫੈਲਾ ਦਿਓ, ਉਹਦਾ ਖਲਾਰਾ ਪਾ ਦਿਓ ਉਸ ਗੱਲ ਦਾ ਕਿ ਲੋਕਾਂ ਦੇ ਦਿਮਾਗ ਚੋਂ ਹੀ ਨਿਕਲ ਜੇ, ਜਾਂ ਲੋਕ ਕਹਿੰਦੇ ਨੇ ਤਾਂ ਆਮ ਗੱਲ ਹੋਈ। ਬਿਲਕੁਲ, ਜਿਵੇਂ ਕ੍ਰਾਈਮ ਹੁੰਦਾ ਯੂਪੀ ਦੇ ਵਿੱਚ ਜਾਂ ਹੁਣ ਪੰਜਾਬ ਦੇ ਵਿੱਚ ਵੀ ਹੋਣ ਲੱਗ ਗਿਆ, ਜਿਵੇਂ ਬਲਾਤਕਾਰ ਹੋ ਗਿਆ, ਏਦਾਂ ਇਹ ਆਮ ਵਰਤਾਰਾ ਜਾਂ ਸਮਝਣ ਲੱਗ ਜਾਂਦੇ ਲੋਕ, ਇੰਨਾ ਕਰਨ ਲੱਗ ਜਾਂਦੇ ਨੇ, ਇਹ ਗੁੰਡੇ ਪੈਦਾ ਕਰ ਦਿੰਦੇ ਨੇ। ਸਾਰਾ ਕੁਝ ਪਤਾ ਹੈ, ਸਾਰਿਆਂ ਨੂੰ, ਲੋਕਾਂ ਨੂੰ ਪਤਾ ਹੈ, ਪਰ ਹੁਣ ਸਮਾਂ ਨਹੀਂ ਹੈ ਇਹਨਾਂ ਚੀਜ਼ਾਂ ਨੂੰ ਮਹੱਤਤਾ ਦੇਣ ਦਾ ਜਾਂ ਏਦਾਂ ਸੋਚਣ ਦਾ ਕਿ ਸਾਨੂੰ ਕੀ ਲੈਣਾ, ਦੇਖੀ ਜਾਊਗੀ ਸਾਡਾ ਆਮ ਲੋਕਾਂ ਦਾ, ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ, ਫਿਊਚਰ ਖਰਾਬ ਹੋ ਰਿਹਾ। ਇਹਨਾਂ ਨੇ ਤਾਂ ਤਹਿ ਲਾਤੀ ਹੈ, ਆਇਲਸ ਸਰਕਾਰੀ ਸਕੂਲਾਂ 'ਚ ਕਰਾਉਣਾ ਸ਼ੁਰੂ ਕਰ ਦਿਓ, ਆਇਲਸ ਕਰਾਉਣੇ ਸ਼ੁਰੂ ਕਰ ਦਿਓ। ਕਿਉਂ? ਇੱਥੋਂ ਭਜਾਓ ਪੰਜਾਬੀਆਂ ਨੂੰ, ਇੱਥੇ ਦੂਜੀਆਂ ਸਟੇਟਾਂ ਦੇ ਆਉਣ, ਉਹਨੂੰ ਖਰੀਦੋ, ਵੋਟਾਂ ਲਓ, ਸੱਤਾ ਬਣਾਓ, ਸੱਤਾ 'ਚ ਕਾਮਯਾਬ ਹੋ ਜਾਓ। ਜੀ ਪਰਮਿੰਦਰ ਜੀ, ਬਿਲਕੁਲ ਤੁਹਾਡੀ ਸਹੀ ਗੱਲ ਜ਼ਿਕਰ ਕੀਤਾ। ਤੇ ਇੱਕ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਹੁਣ ਫਿਰ ਕਿਹਾ ਜਾ ਰਿਹਾ ਕਿ ਸੋਨੀਆ ਗਾਂਧੀ ਅੱਗੇ ਪੇਸ਼ ਹੋਣਗੇ 22 ਜੂਨ ਨੂੰ। ਇਸ ਤੋਂ ਪਹਿਲਾਂ ਵੀ ਖੜਗੇ ਕਮੇਟੀ ਬਣੀ ਸੀ, ਲਗਾਤਾਰ ਉਹ MLA ਨਾਲ, ਕੈਬਨਿਟ ਮੰਤਰੀ ਨਾਲ ਮੀਟਿੰਗ ਕਰ ਰਹੀ ਸੀ। ਉਹ ਕਮੇਟੀ ਫਿਰ ਰਾਹੁਲ ਗਾਂਧੀ ਨੂੰ ਵੀ ਮਿਲਦੀ ਹੈ, ਉਹਨਾਂ ਨੂੰ ਰਿਪੋਰਟ ਦਿੰਦੀ ਹੈ। ਉਸ ਤੋਂ ਬਾਅਦ ਫਿਰ ਹੁਣ ਕਿਹਾ ਜਾ ਰਿਹਾ 22 ਜੂਨ ਨੂੰ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਸੋਨੀਆ ਗਾਂਧੀ ਨੂੰ ਮਿਲਣਗੇ। ਕੀ ਲੱਗਦਾ ਤੁਹਾਨੂੰ ਕਿ ਵੀ ਕੀ ਬਣੂਗਾ ਇਸ ਕਾਂਗਰਸ ਦਾ? ਦੇਖੋ, ਕਾਂਗਰਸ ਨੂੰ ਸਮੇਟਣਾ ਤਾਂ ਉੱਥੋਂ ਹੀ ਆ। ਪਹਿਲਾਂ ਵੀ ਆਪਾਂ ਇਹ ਗੱਲ ਕੀਤੀ ਹੈ ਕਿ ਜਦੋਂ ਕਾਂਗਰਸ ਦਾ ਕਲੇਸ਼ ਹੈ ਜਾਂ ਵਧੇਗਾ ਜਾਂ ਘਟੇਗਾ, ਉਹ ਸਾਰਾ ਕੁਝ ਉੱਥੇ ਹੀ ਹੋਣਾ। ਹੁਣ ਮਿੱਠੀਆਂ ਗੋਲੀਆਂ ਤਾਂ ਨਿਕਲਣੀਆਂ ਹੀ ਨੇ ਉੱਧਰੋਂ, ਉਹ ਕਿਹੜੇ ਬੰਦੇ ਨੂੰ ਮਿਲਣੀਆਂ ਨੇ, ਉਹ ਲੋਲੀਪੌਪ ਮਿਲਣੇ ਨੇ ਅੱਗੇ ਜਾ ਕੇ, ਉਹ ਤੁਹਾਡੇ ਸਾਹਮਣੇ ਇੱਕ ਦੋ ਦਿਨ 'ਚ ਕਲੀਅਰ ਹੋ ਜਾਣਾ। ਤੇ ਹਾਈ ਕਮਾਂਡ ਹੈ, ਹੁਣ ਹਾਈ ਕਮਾਂਡ ਸੱਦੀ ਜਾਂਦੀ ਹੈ, ਹਾਈ ਕਮਾਂਡ ਨੇ ਫਲਾਣਾ ਸੱਦ ਲਿਆ, ਹਾਈ ਕਮਾਂਡ ਨੇ ਫਲਾਣਾ ਸੱਦ ਲਿਆ, ਅੱਜ ਫਲਾਣੇ ਨਾਲ ਮੀਟਿੰਗ ਹੈ। ਉਹਨਾਂ ਨੇ ਇਕੱਲੇ ਨੂੰ ਇੰਨਾ ਕੁ ਨਾਸ ਮਾਰ ਦੇਣਾ ਕਿ ਸਾਰੇ ਠੰਡੇ ਜਿਹੇ ਹੋ ਜਾਣੇ। ਹਾਂ, ਮੇਰਾ ਅਗਲਾ ਸਵਾਲ ਇਹੀ ਸੀ ਕਿ ਵੀ ਇਸ ਮਸਲੇ ਨੂੰ ਕਿਤੇ ਹਾਈ ਕਮਾਂਡ ਜਾਣ ਕੇ ਲੰਬਾ ਲੈ ਕੇ ਜਾਣਾ ਚਾਹੁੰਦੀ, ਜੇਕਰ ਇਸ ਮਸਲੇ ਨੂੰ ਲੰਬਾ ਲੈ ਕੇ ਜਾਣਾ ਚਾਹਾਂਗੇ ਤਾਂ ਇੰਨੇ 'ਚ ਟਿਕਟ ਹੋ ਜੂਗੀ। ਬਿਲਕੁਲ ਹੁੰਦਾ ਹੀ ਹੈ, ਇੱਦਾਂ ਹੀ ਆ। ਕੋਈ ਵੀ ਮਸਲਾ ਗੁੰਝਲਦਾਰ ਬਣਦਾ ਤਾਂ ਉਹਨੂੰ ਥੋੜਾ ਜਿਹਾ ਲੰਮਾ ਖਿੱਚ ਲਿਆ ਜਾਂਦਾ, ਜਿਵੇਂ ਸਰਕਾਰ ਨੇ ਅੰਦੋਲਨ ਖਿੱਚਿਆ ਹੋਇਆ। ਗੱਲ ਤਾਂ ਕੁਛ ਨਹੀਂ ਹੈ, ਜਦੋਂ ਕਿਸਾਨ ਹੀ ਨਹੀਂ ਚਾਹੁੰਦੇ ਤੇ ਤੁਸੀਂ ਫੈਸਲਾ ਦਿਓ, ਰੱਦ ਕਰੋ। ਏਦਾਂ ਜਦੋਂ ਕਾਂਗਰਸੀ ਨਹੀਂ ਚਾਹੁੰਦੇ ਕਿਸੇ ਬੰਦੇ ਨੂੰ ਤੇ ਤੁਸੀਂ ਕਿ ਫੈਸਲਾ ਦਿਓ ਉਹਦੇ ਤੇ। ਉਹ ਨਹੀਂ, ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜਾ ਬੰਦਾ ਜ਼ਿਆਦਾ ਬੋਲਦਾ ਉਹਨੂੰ ਬੁਲਾ ਲਓ, ਉਹ ਘਟ ਗਿਆ, ਹੁਣ ਦੂਜੇ ਨੂੰ ਬੁਲਾ ਲਓ, ਉਹ ਘਟ ਗਿਆ, ਹੁਣ ਤੀਜੇ ਨੂੰ ਬੁਲਾ ਲਓ, ਉਹ ਘਟ ਗਿਆ। ਜੇ ਫੇਰ ਪਿੱਛੋਂ ਬੋਲਣ ਲੱਗ ਗਿਆ ਬੰਦਾ, ਕੋਈ ਇੱਕ ਬੰਦਾ ਨਵਾਂ ਹੋਰ ਆ ਗਿਆ ਤਾਂ ਉਹਨੂੰ ਬੁਲਾ ਲਓ। ਏਦਾਂ ਸਮਾਂ ਦਿਆ ਜਾਂਦਾ। ਉਹਨੂੰ ਕਿਹਾ ਜਾਂਦਾ ਸ਼ਾਂਤ ਹੋ। ਜਿਵੇਂ ਆਪਾਂ ਕਿਸੇ ਗੁੱਸੇ 'ਚ ਆਏ ਬੰਦੇ ਨੂੰ ਪਾਣੀ ਪਿਲਾ ਕੇ ਸ਼ਾਂਤ ਕਰਨ ਦਾ ਯਤਨ ਕਰਦੇ ਆ, ਤਾਂ ਇਹ ਵੀ ਉਹਨੂੰ ਬੁਲਾ ਕੇ ਲੋਲੀਪੌਪ ਉਹਦੇ ਮੂੰਹ 'ਚ ਪਾ ਕੇ ਉਹਨੂੰ ਕਹਿ ਦਿੰਦੇ ਤੂੰ ਸ਼ਾਂਤ ਹੋ ਜਾ, ਤੈਨੂੰ ਆਹ ਚੀਜ਼ ਦੇਵਾਂਗੇ, ਰੁਕ ਤਾਂ ਸਹੀ, ਬਾਕੀਆਂ ਨੂੰ ਮਿਲਾ ਲੈਣ ਦੇ, ਸਾਨੂੰ ਬਾਕੀਆਂ ਨੂੰ ਇਕੱਠੇ ਕਰਨ ਦੇ, ਤੂੰ ਚੁੱਪ ਰਹਿ, ਹਲੇ ਤੈਨੂੰ ਦੇਖਦੇ ਕੀ ਦੇਣਾ, ਅਸੀਂ ਦੇਵਾਂਗੇ ਕੁਛ। ਤੇ ਉਹ ਸਾਰਿਆਂ ਨੂੰ ਦਿੱਤਾ ਹੋਇਆ, ਤਾਂ ਹੀ ਤਾਂ ਬੰਦ ਪਏ ਨੇ। ਹੁਣ ਟਵਿੱਟਰ ਜੰਗ ਕਿੱਥੇ ਹੈ, ਹੁਣ ਬਿਆਨਬਾਜ਼ੀ ਕਿੱਥੇ ਹੈ, ਉਹ ਸਾਰਾ ਕੁਝ ਬੰਦ ਪਿਆ। ਪਤਾ ਹੈ ਕਿ ਕੁਰਸੀ ਨਾ ਚਲੀ ਜਾਵੇ, ਜੇ ਆਂਦੀ ਹੈ ਦਾਣ ਤਾਂ ਦੋ, ਠੀਕ ਹੈ। ਲੋਕ ਕਹਿੰਦੇ ਨੇ ਪਾਵਰ 'ਚ ਆਏਗਾ ਤਾਂ ਹੀ ਕੁਝ ਕਰੇਗਾ, ਪਾਵਰ ਹੋਰ ਕਿਵੇਂ ਆਊਗੀ? ਬਿਲਕੁਲ, ਪਾਵਰ ਦੇ ਵਿੱਚ ਤਾਂ ਹੈਗੇ ਨੇ। ਇਸ ਤੋਂ ਉੱਪਰ ਕੀ ਹੋਊਗਾ? ਸਰਕਾਰ ਤਾਂ ਬਣੀ ਹੋਈ ਹੈ, ਨਾਲੇ ਉੱਪਰ ਚਾਹੇ ਨਵਜੋਤ ਸਿੰਘ ਸਿੱਧੂ ਆ, ਕੈਪਟਨ ਮੁੱਖ ਮੰਤਰੀ ਹੈ, ਇਹਨਾਂ ਕੋਲ ਹੋਰ ਵੱਡੀ ਪਾਵਰ ਕੀ ਹੋਊਗੀ? ਨਵਜੋਤ ਸਿੰਘ ਸਿੱਧੂ ਉੱਪਰੋਂ ਰਾਹੁਲ ਦਾ ਹੱਥ ਫੜ ਕੇ ਆਇਆ, ਕਾਂਗਰਸ ਦੇ ਵਿੱਚ ਜੁਆਇਨ ਹੋਇਆ, ਇਹ ਤੋਂ ਵੱਡੀ ਪਾਵਰ ਕੀ ਹੈ? ਤੇ ਜੇ ਕਰਨਾ ਹੈ ਤਾਂ ਉੱਥੋਂ ਕਰਵਾ ਨਹੀਂ ਸਕਦੇ, ਕਿ ਉਹ ਕੈਪਟਨ ਨੂੰ ਨਹੀਂ ਕਹਿ ਸਕਦੇ। ਉਹਨਾਂ ਨੂੰ ਪਤਾ ਹੈ ਸਾਨੂੰ ਕੀ ਲੈਣਾ, ਲੜਦੇ ਆਪਸ ਵਿੱਚ ਲੜਨ, ਸਾਨੂੰ ਤਾਂ MP ਦੀਆਂ ਸੀਟਾਂ ਦੇਣ, ਅਸੀਂ ਸੈਂਟਰ 'ਚ ਸਰਕਾਰ ਬਣਾਈਏ। ਉਹ ਗੱਲ ਇੰਨੀ ਕੁ ਹੁੰਦੀ, ਉਹ ਕਿਸੇ ਵੀ ਚਿਹਰੇ ਤੇ ਮਿਲ ਜਾਏ ਉਹਨੂੰ ਅੱਗੇ ਲਾ ਦੇਣਾ। ਬਿਲਕੁਲ, ਰਾਜ ਨੂੰ ਲੈਣ ਦੀ ਨੀਤੀ ਤਾਂ ਸਾਰਿਆਂ ਦੀ ਇੱਕੋ ਹੀ ਹੈ। ਜੀ ਪਰਮਿੰਦਰ ਜੀ, ਗੱਲ ਕਰੀਏ ਕਿਸਾਨੀ ਅੰਦੋਲਨ ਦੀ। ਅੱਜ ਵੀ ਸੋਮ ਪ੍ਰਕਾਸ਼ ਦਾ ਬਿਆਨ ਅਖਬਾਰਾਂ 'ਚ ਛਪਿਆ ਕਿ ਵੀ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ ਬਿਨਾਂ ਸ਼ਰਤੋਂ। ਇਸ ਤੋਂ ਪਹਿਲਾਂ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਨੇ ਦੇਸ਼ ਦੇ, ਉਹਨਾਂ ਨੇ ਕਿਹਾ ਸੀ ਗੱਲਬਾਤ ਕਰਨ ਲਈ ਤਿਆਰ ਹੈ ਸਰਕਾਰ। ਇਹਨੂੰ ਦੇਖ ਕੇ ਲੱਗਦਾ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਕਿਸਾਨ ਆਗੂ ਵੀ ਪ੍ਰੈਸ ਕਾਨਫਰੰਸ ਕਰਨਗੇ। ਐਂ ਲੱਗਦਾ ਕਿ ਕਿਸਾਨ ਆਗੂਆਂ ਦਾ ਵੀ ਕੌਨਫੀਡੈਂਸ ਬਿਲਡ ਹੋਇਆ ਥੋੜਾ ਜਿਹਾ ਸਰਕਾਰ ਦੇ ਇਹਨਾਂ ਬਿਆਨਾਂ ਨੂੰ ਲੈ ਕੇ। ਤੁਹਾਨੂੰ ਕੀ ਲੱਗਦਾ ਕਿ ਵੀ ਜਿਵੇਂ ਮਸਲਾ ਇਹ ਲੰਬਾ ਖਿੱਚਿਆ ਗਿਆ ਅੰਦੋਲਨ, ਜਾਂ ਤਾਂ ਫਿਰ 2024 ਤੱਕ ਚੱਲੂਗਾ, ਜਾਂ ਫਿਰ ਇਸ ਤੋਂ ਪਹਿਲਾਂ ਵੀ ਇਹ ਕਿਤੇ ਨਾ ਕਿਤੇ ਵਿੱਚ ਵਿਚਾਲੇ ਜਾਂ ਕਿਸੇ ਤਰ੍ਹਾਂ ਵੀ ਕਰਕੇ ਨਿਬੜ ਸਕਦਾ? ਦੇਖੋ, ਨਿਬੜਨਾ ਤਾਂ ਹੈ ਹੀ ਇੱਕ ਨਾ ਇੱਕ ਦਿਨ। ਇੱਕ ਥਾਂ ਤੋਂ ਭਾਜਪਾ ਨੂੰ ਕਿਸਾਨੀ ਅੰਦੋਲਨ ਦਾ ਜਿਹੜਾ ਝਟਕਾ ਲੱਗਿਆ ਪੱਛਮੀ ਬੰਗਾਲ ਦੇ ਵਿੱਚ, ਕਿਸਾਨ ਉੱਥੇ ਗਏ, ਉਹਨਾਂ ਨੇ ਦੱਸਿਆ ਕਿਤੇ ਨਾ ਕਿਤੇ, ਚਾਹੇ ਆਪਾਂ ਕਹਿ ਲਈਏ ਘੱਟ ਵੱਧ ਫਰਕ ਤਾਂ ਪਿਆ। ਦੂਜਾ ਹੁਣ ਯੂਪੀ ਵੱਲ ਮੂਵ ਕਰਨਾ ਹੈ। ਤੀਜਾ ਪੰਜਾਬ ਦੀਆਂ ਚੋਣਾਂ ਆ ਰਹੀਆਂ ਨੇ, ਉੱਤਰਾਖੰਡ ਦੀਆਂ ਆ ਰਹੀਆਂ ਨੇ। ਇਹਨਾਂ ਦੇ ਵਿੱਚ ਵੀ ਜੇ ਕਿਤੇ ਕਿਸਾਨ ਜਿੱਦਾਂ ਇਹਨਾਂ ਦਾ ਪਰਫਾਰਮੈਂਸ ਚੱਲ ਰਹੀ ਹੈ ਜਾਂ ਅੰਦੋਲਨ ਜਿਵੇਂ ਅੱਗੇ ਵੱਧ ਰਿਹਾ ਹੈ, ਜਿਵੇਂ ਤਰਤੀਬ ਵੱਧ ਕਹਿ ਦੋ ਆਪਾਂ, ਕਿਸਾਨ ਅੱਗੇ ਵੱਧ ਰਹੇ ਨੇ, ਸੋਚ ਸਮਝ ਕੇ ਫੈਸਲੇ ਲੈ ਰਹੇ ਨੇ, ਤਾਂ ਇਹ ਭਾਜਪਾ ਦੇ ਪੈਰ ਤਾਂ ਉਖਾੜਨਗੇ। ਤੇ ਜੇ ਇੱਕ ਦੋ ਸਟੇਟਾਂ 'ਚ ਹੋਰ ਉਖੜ ਗਏ, ਫਿਰ ਭਾਜਪਾ ਨੂੰ ਫੈਸਲਾ ਲੈਣਾ
ਮਜਬੂਰ ਤਾਂ ਹੋਏਗੀ, ਹਾਂ। ਸੋਚਣ ਲਈ ਮਜਬੂਰ ਤਾਂ ਹੈਗੀ ਆ। ਅੱਛਾ ਜੇ ਫਰਕ ਨਾ ਪੈਂਦਾ ਤਾਂ ਪੰਜਾਬ ਦੇ ਵਿੱਚ ਭਾਜਪਾ ਇਕਾਈ ਕਿਵੇਂ ਦਫਾੜ ਹੋ ਜਾਂਦੀ, ਦਫਾੜ ਹੋ ਜਾਂਦੀ ਇੱਕਦਮ ਇਹ ਇੱਕ ਦੂਜੇ ਤੇ ਹਮਲਾ ਕਰਨ ਲੱਗ ਗਏ ਕਿਸਾਨੀ ਅੰਦੋਲਨ ਨੂੰ ਲੈ ਕੇ, ਕਾਲੇ ਕਾਨੂੰਨਾਂ ਨੂੰ ਲੈ ਕੇ। ਜੀ। ਤਾਂ ਜੇ ਇਹਨਾਂ ਨੂੰ ਲੱਗਦਾ ਕਿ ਅਸਰ ਕੋਈ ਹੋ ਹੀ ਨਹੀਂ ਰਿਹਾ, ਕਿਸਾਨਾਂ ਦੇ ਅੰਦੋਲਨ ਦਾ ਲੋਕਾਂ ਤੇ ਕੋਈ ਪ੍ਰਭਾਵ ਨਹੀਂ ਹੈਗਾ, ਤਾਂ ਪੰਜਾਬ ਦੇ ਵਿੱਚ ਤਾਂ ਇਹ ਇਕੱਠੇ ਹੋ ਜਾਂਦੇ ਨਾ। ਇੱਥੋਂ ਹੀ ਪਤਾ ਲੱਗਣ ਲੱਗ ਗਿਆ ਵੀ ਹਾਂ ਇਹ ਅਸਰ ਪੂਰੇ ਦੇਸ਼ ਦੇ ਵਿੱਚ ਹੈਗਾ। ਇਹ ਆਪਸ ਵਿੱਚ ਹੁਣ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਨਾ, ਇੱਕ ਧੜਾ ਬਣ ਗਿਆ ਕਿ ਕਿਸੇ ਕਾਨੂੰਨ ਰੱਦ ਕਰੇ ਜਾਣ। ਆਹੀ ਦਬਾਅ ਬਣੇਗਾ ਜਿਹੜਾ ਅੱਗੇ ਕੰਮ ਆਏਗਾ ਤੇ ਬੀਜੇਪੀ ਦੇ ਆਗੂਆਂ ਨੂੰ। ਹਾਲੇ ਕਿ ਬੀਜੇਪੀ ਤਿਆਰ ਆ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੇ ਵਿੱਚ ਸੱਤਾ ਹਾਸਲ ਕਰੇ, ਚਾਹੇ ਉਹ ਸਿੱਖ ਚਿਹਰੇ ਨੂੰ ਲੈ ਕੇ ਕਰ ਰਹੀ ਹੈ, ਕੋਸ਼ਿਸ਼ ਤਾਂ ਕਰ ਰਹੀ ਹੈ ਕਿਸੇ ਤਰੀਕੇ ਨਾਲ। ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਨੇ ਛੱਡਿਆ ਹੋਇਆ, ਕੋਈ ਗੱਲ ਨਹੀਂ ਹੈਗੀ, ਨਹੀਂ, ਬਹੁਤ ਕੁਝ ਬੁਣਿਆ ਤੁਣਿਆ ਜਾ ਰਿਹਾ ਅੰਦਰ, ਬਿਲਕੁਲ ਦਾਣਾ ਬਾਣਾ ਬਹੁਤ ਇਕੱਠਾ ਹੋਇਆ ਜਾ ਰਿਹਾ, ਕੀਤਾ ਜਾ ਰਿਹਾ, ਬਹੁਤ ਸਾਰਾ ਕੁਝ ਹੋਣਾ ਹੈ ਆਉਣ ਵਾਲੇ 2022 ਦੇ ਨੇੜੇ ਤੇੜੇ ਜਾ ਕੇ ਦੇਖਿਓ ਕੁਝ ਬਹੁਤ ਕੁਝ ਕਹਿ ਸਕਦੇ ਹਾਂ ਕਿ ਵਿਸਫੋਟਕ ਸਥਿਤੀ ਬਣੀ ਹੋਈ ਹੈ ਕਿਸੇ ਤਰੀਕੇ ਨਾਲ ਵੀ ਉਹਨਾਂ ਨੇ ਸੱਤਾ ਹਾਸਲ ਕਰਨ ਲਈ ਹੱਥਕੰਡੇ ਅਪਣਾਉਣੇ ਨੇ। ਸੋ ਜੋ ਇਦਾਂ ਦੀ ਗੱਲਾਂ ਆਈਆਂ ਨੇ ਕਿ ਬਿਨਾਂ ਸ਼ਰਤ ਆ ਜਾਓ ਸਾਡੇ ਕੋਲ, ਬਿਨਾਂ ਸ਼ਰਤ ਤੋਂ ਫੈਸਲਾ ਕੀ ਲੈਣਗੇ। ਬਿਲਕੁਲ ਗੱਲ ਮੰਤਰੀਆਂ ਨੂੰ ਕਲੀਅਰ ਕਰਨਾ ਚਾਹੀਦਾ ਹੈ ਗੁਰਜਿੰਦਰ ਜੀ ਕਿ ਬਿਨਾਂ ਸ਼ਰਤ ਤੋਂ ਫੈਸਲਾ, ਸ਼ਰਤ ਇੱਕੋ ਹੀ ਆ, ਹੋਰ ਤਾਂ ਕੋਈ ਸ਼ਰਤ ਹੈ ਹੀ ਨਹੀਂ। ਕਾਨੂੰਨ ਰੱਦ ਕਰੋ, ਬਿਲਕੁਲ। ਗੱਲਬਾਤ ਲਈ ਬੁਲਾਉਣਾ ਕਾਹਦੇ ਲਈ ਆ ਜੀ? ਤੁਸੀਂ ਕਹੋ ਲਿਆਓ ਭਾਈ ਸ਼ਰਤ ਕੀ ਆ, ਉਹ ਕਹਿਣਗੇ ਕਾਨੂੰਨ ਰੱਦ ਕਰ ਦੋ, ਤੁਸੀਂ ਕਿਹਾ ਠੀਕ ਹੈ ਮੰਨ ਗਏ ਅਸੀਂ ਕਾਨੂੰਨ ਰੱਦ ਕਰ ਰਹੇ ਹਾਂ ਜੀ, ਗੱਲ ਖਤਮ ਹੋ ਗਈ ਜੀ। ਦੂਜੀ ਗੱਲ ਲੋੜ ਕੀ ਆ, ਉਦਾਂ ਹੀ ਖਾਮਖਾ ਤੁਸੀਂ ਬੰਦੇ ਨੂੰ ਬੁਲਾਉਂਦੇ ਰਹੋ, ਇਕੱਠ ਹੋਊਗਾ ਜੀ, ਫੇਰ ਹੋਊਗਾ ਜੀ, ਏਦਾਂ ਮੀਟਿੰਗਾਂ ਦਾ ਦੌਰ ਚੱਲੂਗਾ, ਕਾਹਦੇ ਲਈ ਕਰਨੀਆਂ ਨੇ? ਇੱਕੋ ਹੀ ਸ਼ਰਤ ਹੈ, ਇੱਕੋ ਹੀ ਮੰਗ ਹੈ, ਉਹ ਪੂਰੀ ਕਰ ਦੋ, ਹੋਰ ਤਾਂ ਕੋਈ ਮੰਗ ਹੀ ਨਹੀਂ ਰੱਖ ਰਹੇ ਹੋ। ਬਿਲਕੁਲ, ਉਹ ਬਾਅਦ ਦੀਆਂ ਗੱਲਾਂ ਨੇ, ਬਾਕੀ ਸ਼ਰਤਾਂ ਤੁਸੀਂ ਮੰਨਣੀਆਂ ਨਹੀਂ ਮੰਨਣੀਆਂ, ਜਿਸ ਨੂੰ ਲੈ ਕੇ ਅੰਦੋਲਨ ਸ਼ੁਰੂ ਹੋਇਆ ਉਸ ਦੇ ਉੱਤੇ ਹੀ ਗੱਲ ਕਰਨੀ ਚਾਹੁੰਦੇ ਹੋ। ਬਿਨਾਂ ਸ਼ਰਤ ਆ ਜਾਓ, ਕਹਿੰਦੇ ਬਿਨਾਂ ਸ਼ਰਤ ਕਿਵੇਂ ਫੈਸਲਾ ਹੋ ਸਕਦਾ ਹੈ? ਬਿਨਾਂ ਸ਼ਰਤ ਤੋਂ ਕਿਵੇਂ? ਤੁਸੀਂ ਵੀ ਤਾਂ ਸ਼ਰਤ ਲੈ ਕੇ ਆ ਰਹੇ ਹੋ ਕਿ ਕਾਨੂੰਨ ਨਹੀਂ ਰੱਦ ਹੁੰਦੇ, ਤੁਹਾਡੀ ਸ਼ਰਤ ਇਹ ਆ ਕਿ ਕਾਨੂੰਨ ਨਹੀਂ ਰੱਦ ਹੁੰਦੇ, ਹੋਰ ਲਿਆਓ ਜੀ, ਤੁਸੀਂ ਕੋਈ ਸ਼ਰਤ ਰੱਖ ਰਹੇ ਹੋ। ਇੱਕ ਤੁਸੀਂ ਪਰਮਿੰਦਰ ਜੀ ਹੋਰ ਦੇਖਿਓ, ਇਹ ਕਹਿੰਦੇ ਨੇ ਕਿ ਅਸੀਂ ਵੀ ਕਮੇਟੀ ਬਣਾ ਦਿੰਦੇ ਹਾਂ। ਬੀਜੇਪੀ ਵਾਲੇ ਪਹਿਲਾਂ ਕਹਿੰਦੇ ਸੀ ਅਸੀਂ 5 ਮੈਂਬਰੀ ਕਮੇਟੀ ਬਣਾ ਦਿੰਦੇ ਹਾਂ, ਸਾਡੇ 5 ਮੈਂਬਰ ਹੋਣਗੇ, 4-5 ਮੈਂਬਰ ਕਿਸਾਨਾਂ ਦੇ ਹੋਣਗੇ, ਬਹਿ ਕੇ ਉਹ ਵਿਚਾਰ ਵਟਾਂਦਰਾ ਕਰ ਲੈਣਗੇ। ਜਦੋਂ ਬੀਜੇਪੀ ਕਹਿੰਦੀ ਕਿ ਅਸੀਂ ਕਮੇਟੀ ਬਣਾ ਦਿੰਦੇ ਹਾਂ, ਤੁਸੀਂ ਪਹਿਲੇ ਕਾਨੂੰਨ ਰੱਦ ਤਾਂ ਕਰੋ, ਜੇਕਰ ਪਹਿਲੇ ਕਾਨੂੰਨ ਰੱਦ ਹੋਣਗੇ ਤਾਂ ਇਸੇ ਕਰਕੇ ਤਾਂ ਦੁਬਾਰੇ ਕਮੇਟੀ ਬਣੂਗੀ। ਤੇ ਦੂਜਾ ਪਰਮਿੰਦਰ ਜੀ, ਜੋ 6 ਬੁੱਧੀਜੀਵੀ ਸਿੱਖ ਸ਼ਾਮਲ ਹੋਏ ਨੇ ਭਾਜਪਾ ਦੇ ਵਿੱਚ, ਕਿਤੇ ਨਾ ਕਿਤੇ ਸੰਕੇਤਕ ਇਸ਼ਾਰਾ ਹੋ ਸਕਦਾ ਹੈ ਪੰਜਾਬ ਵੱਲ ਜੋ ਬੀਜੇਪੀ ਦੀ ਅਗਲੀ ਰਣਨੀਤੀ ਹੈ? ਬਿਲਕੁਲ ਇਸ਼ਾਰਾ ਹੈਗਾ। ਉਹ ਤਾਂ ਹੋਰ ਵੀ ਇਹਨਾਂ ਬੁੱਧੀਜੀਵੀਆਂ ਤੋਂ ਲੈਣਾ ਕਰਨਾ ਕੀ ਹੈ ਇਹਨਾਂ ਨੇ ਜੀ? ਇਹ ਕਿੱਥੇ ਸਿੱਖ ਚਿਹਰੇ ਨੇ, ਹੋਰ ਕਿੱਥੇ ਕੰਮ ਆਣਗੇ? ਜੀ ਉਹ ਪੰਜਾਬ ਦੇ ਵਿੱਚ ਹੀ ਕੰਮ ਆਣਗੇ, ਫਿੱਟ ਕਰਨਗੇ ਅਲੱਗ-ਅਲੱਗ, ਉਹਨਾਂ ਨੇ ਫਿੱਟ ਕਰਨਾ, ਉਹਨਾਂ ਦੇ ਉੱਤੇ ਜ਼ਿੰਮੇਵਾਰੀਆਂ ਸਿੱਟਣੀਆਂ ਨੇ, ਉਹਨਾਂ ਨੂੰ ਏਜੰਡੇ ਦੇ ਕੇ, ਕਿਉਂਕਿ ਵੋਟਰ ਸਿੱਖ ਵੋਟਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਤੇ ਉਹਨਾਂ ਨੂੰ ਭਰਮਾਉਣ ਦੇ ਲਈ ਇਹਨਾਂ ਬੰਦਿਆਂ ਨੂੰ ਮੂਹਰੇ ਤਾਂ ਲਾਉਣਾ ਜ਼ਰੂਰੀ ਹੈ ਨਾ ਜੀ। ਤੇ ਉਹ ਬੰਦੇ ਲਾਏ ਜਾਣਗੇ ਅੱਗੇ ਜੀ, ਤੇ ਉਹਨਾਂ ਨੂੰ ਕਿਹਾ ਜਾਊਗਾ ਵੀ ਆਹ ਏਜੰਡੇ ਨੇ, ਇਹਨਾਂ ਦੇ ਉੱਤੇ ਏਦਾਂ ਕੰਮ ਕਰਨਾ, ਘੁਸਪੈਠ ਜਿਹੜੀ ਹੁੰਦੀ ਆ ਉਹ ਏਦਾਂ ਹੋਣੀ, ਉਹੀ ਹੋਣੀ ਹੈ। ਉਹਨਾਂ ਨੂੰ ਹੋਰ ਕਿਤੇ ਨਹੀਂ ਭੇਜਿਆ ਜਾਣਾ, ਹੋਰ ਕਿਤੇ ਉਹਨਾਂ ਤੋਂ ਫਾਇਦਾ ਨਹੀਂ ਲਿਆ ਜਾਣਾ। ਉਹ ਸਿੱਖ ਚਿਹਰੇ ਤੇ ਭਾਜਪਾ ਦੇ ਬੁਲਾਰੇ ਜੋ ਹਾਈ ਕਮਾਂਡ ਨੇ ਕਿਹਾ ਜਾਣਾ, ਉਹ ਤੋਤਾ ਰਟਨ ਜਿਹੜਾ ਹੈਗਾ ਪੰਜਾਬ 'ਚ ਬੋਲਿਆ ਜਾਊਗਾ। ਜਾਂ ਜਿੱਥੇ ਕਿਤੇ ਉਹਨਾਂ ਨੂੰ ਪੇਸ਼ ਕਰਨਾ ਕਿ ਦੇਖੋ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਨੁਮਾਇੰਦੇ ਤਾਂ ਖੜੇ ਨੇ, ਉੱਥੇ ਤਾਂ ਕਾਂਗਰਸੀ ਬੈਠੇ ਨੇ ਜੀ। ਇਹ ਭਾਜਪਾ ਦੇ ਨਾਲ ਨੇ ਲੋਕ, ਇਹ ਆਮ ਲੋਕ ਨੇ, ਬੁੱਧੀਜੀਵੀ ਨੇ, ਇਹ ਮਾਹਰ ਨੇ, ਐਕਸਪਰਟ ਨੇ, ਇਹ ਸਾਡੇ ਨਾਲ ਨੇ। ਉੱਥੇ ਤਾਂ ਅਨਪੜ੍ਹ ਬੈਠੇ ਨੇ, ਉਹਨਾਂ ਨੇ ਤਾਂ ਇਹ ਕਹਿਣਾ ਉੱਥੇ ਤਾਂ ਕਾਂਗਰਸ ਬੈਠੀ ਹੈ, ਉੱਥੇ ਤਾਂ ਆਮ ਆਦਮੀ ਪਾਰਟੀ ਬੈਠੀ ਹੈ, ਉੱਥੇ ਤਾਂ ਅਕਾਲੀ ਦਲ ਬੈਠਾ, ਉੱਥੇ ਫਲਾਣਾ ਬੈਠਾ, ਮਤਲਬ ਦੂਜੀਆਂ ਪਾਰਟੀਆਂ ਦਾ ਨਾਂ ਦੇਣਾ। ਉੱਥੇ ਤਾਂ ਨਕਸਲੀ ਬੈਠੇ ਨੇ, ਉੱਥੇ ਤਾਂ ਖਾਲਿਸਤਾਨੀ ਬੈਠੇ, ਉਹ ਚੀਜ਼ਾਂ ਕਹਿਣੀਆਂ ਨੇ ਇਹਨਾਂ ਬੰਦੇ ਨੂੰ ਅੱਗੇ ਲਾ ਕੇ। ਜਿੱਥੇ ਕਿਤੇ ਉਹਨਾਂ ਨੂੰ ਲੱਗਦਾ ਕਿ ਇੱਥੋਂ ਇਹਨਾਂ ਤੋਂ ਫਾਇਦਾ ਲਿਆ ਜਾਣਾ, ਉੱਥੋਂ ਉਹਨਾਂ ਤੋਂ ਬਿਆਨਬਾਜ਼ੀ ਵੀ ਕਰਵਾਈ ਜਾਊਗੀ, ਇਹਨਾਂ ਨੂੰ ਅੱਗੇ ਵੀ ਕੀਤਾ ਜਾਊਗਾ, ਪੇਸ਼ ਵੀ ਕੀਤਾ ਜਾਊਗਾ, ਲੋਕਾਂ ਦੇ ਵਿੱਚ ਉਤਾਰਿਆ ਜਾਊਗਾ, ਪੰਜਾਬ ਦੇ ਵਿੱਚ ਖਾਸ ਕਰਕੇ। ਤੇ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਮੈਂ ਪਹਿਲਾਂ ਹੀ ਇਹੀ ਗੱਲ ਕੀਤੀ ਆ ਕਿ ਬਹੁਤ ਕੁਝ ਕੀਤਾ ਜਾਣਾ ਹਲੇ ਭਾਜਪਾ ਵੱਲੋਂ, ਤੋਂ ਸਮਾਂ ਆਉਣ ਤੇ ਇੱਕ ਗੱਲ ਜਿਹੜੀ ਹੈ ਸਾਹਮਣੇ ਆਏਗੀ ਜੀ। ਪਰਮਿੰਦਰ ਜੀ, ਤੁਹਾਡਾ ਧੰਨਵਾਦ, ਤੁਸੀਂ ਖਬਰਾਂ ਤੇ ਵਿਚਾਰ ਚਰਚਾ ਕੀਤੀ ਜੀ। ਸ਼ੁਕਰੀਆ ਗੁਰਜਿੰਦਰ ਜੀ। ਦਰਸ਼ਕੋ, ਤੁਸੀਂ ਵੀ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੇ ਸਕਦੇ ਹੋ। ਬਣੇ ਰਹੋ ਤੁਸੀਂ ਲੋਕ ਰਾਜ ਚੈਨਲ ਪੰਜਾਬੀ ਤੇ। ਧੰਨਵਾਦ।